ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ, ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜਿਹਾ ਰਾਧੇ ਤੇਹਾ ਲੂਣੈ, ਬਿਨ ਗੁਣ ਜਨਮ ਵਿਨਾਸ਼। ਮੁੰਦੇ ਗੁਣ ਦਾਸੀ ਸੁਖ ਹੋਏ, ਆਵਗਣ ਤਿਆਗ ਸਮਾਈਐ। ਗੁਰਮਤਿ ਪੂਰਾ ਸੋਏ, ਰਹਾਉ ਵਿਣ ਰਾਸੀ ਵਾਪਾਰੀਆਂ, ਤੱਕੇ ਕੁੰਡਾ ਚਾਰ। ਮੂਲ ਨਾ ਬੁਝੈ ਆਪਣਾ, ਵਸਤਰ ਹੀ ਘਰ ਬਾਰ। ਵਿਣ ਵਖਰ ਦੁਖ ਅਗਲਾ, ਕੂੜ ਮੁੱਠੀ ਕੁੜਿਆਰ। ਲਾਹਾ ਅਹਨਿਸ ਨੌਤਣਾ, ਪਰਖੇ ਰਤਨ ਵਿਚਾਰ। ਵਸਤ ਲਹੈ ਘਰ ਆਪਣੈ, ਚੱਲੇ ਕਾਰਜ ਸਾਰ। ਵਣਜਾਰਿਆਂ ਸਿਉ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਸੰਤਾਂ ਸੰਗਤ ਪਾਈਐ, ਜੇ ਮੇਲੇ ਮੇਲਣ ਹਾਰ। ਮਿਲਿਆ ਹੋਏ ਨਾ ਵਿਛੁੜੈ, ਜਿਸ ਅੰਤਰ ਜੋਤ ਅਪਾਰ। ਸਚੈ ਆਸਣ ਸਚ ਰਹੈ, ਸਚੈ ਪ੍ਰੇਮ ਪਿਆਰ। ਜਿਨੀ ਆਪ ਪਛਾਣਿਆ, ਘਰ ਮਹਿ ਮਹਲ ਸੁਥਾਏ। ਸੱਚੇ ਸੇਤੀ ਰਤਿਆਂ, ਸੱਚੋ ਪੱਲੇ ਪਾਏ। ਤ੍ਰਿਭਾਵਨ ਸੋ ਪ੍ਰਭ ਜਾਣੀਐ, ਸਾਚੋ ਸਾਚੈ ਨਾਏ। ਸਾ ਧਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਮਹਲੀ ਮਹਲ ਬੁਲਾਈਐ, ਸੋ ਪਿਰ ਰਾਵੇ ਰੰਗ। ਸੱਚ ਸੁਹਾਗਣ ਸਾ ਭਲੀ, ਪਿਰ ਮੋਹੀ ਗੁਣ ਸੰਗ। ਭੂਲੀ ਭੂਲੀ ਥਲ ਚੜ੍ਹਾਂ, ਥਲ ਚੜ੍ਹ ਡੂੰਗਰ ਜਾਉ। ਬਨ ਮਹਿ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਓ। ਨਾਵੋਂ ਭੁੱਲੀ ਜੇ ਫਿਰਾਂ, ਫਿਰ ਫਿਰ ਆਵੋ ਜਾਉ। ਪੁੱਛੋ ਜਾਏ ਪੰਧਾਊਆ, ਚੱਲੇ ਚਾਕਰ ਹੋਏ। ਰਾਜਨ ਜਾਣੈ ਆਪਣਾ, ਦਰ ਘਰ ਠਾਕ ਨਾ ਹੋਏ। ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਦੇ ਨਾਲ ਹਰ ਰੋਜ਼ ਜੋ ਪਿਛਲੇ ਤਕਰੀਬਨ ਕਾਫੀ ਸਮੇਂ ਤੋਂ
ਆਪ ਗੁਰੂ ਜੀ ਕੀਆਂ ਪਿਆਰੀਆਂ ਸੰਗਤਾਂ ਦੀ ਅਸੀਸ ਦੇ ਬਦੌਲਤ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 4 ਪਦਿਆਂ ਦੇ 5 ਪਦਿਆਂ ਦੇ ਸ਼ਬਦ ਆਪਾਂ ਵਿਚਾਰੇ ਨੇ ਤੇ ਅਸ਼ਟਪਦੀਆਂ ਦੇ ਸ਼ਬਦਾਂ ਦੀ ਚਾਲ ਜਿਹੜੀ ਹੈ ਉਹ ਚੱਲ ਰਹੀ ਹੈ, ਜਿਸ ਵਿੱਚ ਕੱਲ ਤੱਕ ਆਪਾਂ ਸ਼੍ਰੀ ਰਾਗ ਜੀ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ 5 ਨੰਬਰ ਸ਼ਬਦ ਜੋ ਅਸ਼ਟਪਦੀਆਂ ਦੇ ਉਹਨਾਂ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਅਸ਼ਟਪਦੀਆਂ ਦੇ ਵਿੱਚੋਂ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ 6 ਨੰਬਰ ਸ਼ਬਦ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 56 ਤੋਂ ਲੈ ਕੇ 57 ਤੱਕ 56 ਤੋਂ ਲੈ ਕੇ 57 ਤੱਕ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 8 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖ ਐ ਜੀਵ ਇਸਤਰੀ, ਜੇ ਤੂੰ ਪਤੀ ਪਰਮਾਤਮਾ ਵਾਹਿਗੁਰੂ ਰੂਪੀ ਪੁਰਖ ਨੂੰ ਪਾਉਣਾ ਚਾਹੁੰਦੀ ਹੈ ਤੇ ਇਹ ਗੱਲ ਆਪਣੇ ਜ਼ਿਹਨ 'ਚ ਪੂਰੇ ਤਰੀਕੇ ਨਾਲ ਟਿਕਾ ਲਾ ਕਿ ਚਤੁਰਾਈਆਂ ਦੇ ਨਾਲ ਤੇ ਰੱਬ ਨਹੀਂ ਮਿਲਣਾ। ਬਾਹਰ ਦੇ ਕੀਤੇ ਹੋਏ ਜਪਾਂ ਤਪਾਂ ਦੇ ਨਾਲ ਵੀ ਪਰਮਾਤਮਾ ਖੁਸ਼ ਨਹੀਂ ਹੋ ਸਕਦਾ। ਜੇ ਉਸ ਨਿਰੰਕਾਰ ਨੂੰ ਤੂੰ ਖੁਸ਼ ਕਰਨਾ ਚਾਹੁੰਦੀ ਹੈ, ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਸਵਾਰ, ਆਪਣੇ ਅੰਦਰ ਗੁਣਾਂ ਨੂੰ ਟਿਕਾ, ਸੱਚ ਤੇ ਕਰਨੀ ਦਾ ਸੂਰਮਾ ਬਣ, ਤਾਂ ਕਿ ਤੇਰੇ ਵਿੱਚੋਂ ਅਹੰਕਾਰ ਮਿਟ ਜਾਵੇ। ਇਹ ਜਿਹੜੀ ਵੱਖਰੀ ਹੋਂਦ ਪ੍ਰਮਾਤਮਾ ਤੋਂ ਬਣਾ ਕੇ ਬੈਠੀ ਆ, ਇਹ ਮੁੱਕ ਜਾਵੇ ਤੇ ਨਿਰੰਕਾਰ ਪ੍ਰਮਾਤਮਾ ਦੇ ਨਾਲ ਜੀਵਨ ਅਭੇਦ ਹੋ ਜਾਵੇ। ਕਿਉਂਕਿ ਬਾਰ-ਬਾਰ ਜਿਹੜੀ ਗੱਲ ਪ੍ਰਮਾਤਮਾ ਦੇ ਨਾਲ ਜੁੜਨ ਦੀ ਹੈ ਨਾ, ਉਹ ਇਹੀ ਹੈ ਕਿ ਸਾਡੇ ਜੀਵਨ ਦੇ ਵਿੱਚੋਂ ਮੁਥਾਜੀ ਖਤਮ ਹੋਵੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪੂਰੇ 240 ਸਾਲ ਲਾ ਕੇ ਅਨੰਦਪੁਰ ਦੀ ਠੇਰੀ ਤੱਕ 1699 ਦੀ ਵਿਸਾਖੀ ਤੱਕ 10 ਗੁਰੂ ਸਾਹਿਬਾਨ ਨੇ ਸਾਡੇ ਜੀਵਨ ਵਿੱਚੋਂ ਮੁਥਾਜੀ ਖਤਮ ਕੀਤੀ। ਸਾਨੂੰ ਉਹਨਾਂ ਪਰੰਪਰਾਵਾਦੀ ਰਸਮਾਂ ਰਿਵਾਜ਼ਾਂ ਤੋਂ ਬਾਹਰ ਕੱਢਿਆ ਜੋ ਮਨੁੱਖ ਨੂੰ ਗੁੰਮਰਾਹ ਕਰਕੇ ਜਾਤ ਪਾਤ ਦੇ ਨਾਂ ਤੇ ਵੰਡ ਰਹੇ ਸਨ, ਤੇ ਇੱਕ ਆਜ਼ਾਦ ਸੋਚ ਦਾ ਧਾਰਨੀ ਬਣਾਇਆ, ਜਿਸ ਨੂੰ ਅਨੰਦਪੁਰ ਸਾਹਿਬ ਦੀ ਠੇਰੀ ਕੇਸਗੜ੍ਹ ਸਾਹਿਬ ਦੇ ਉੱਪਰ ਖਾਲਸੇ ਦਾ ਨਾਮ ਦੇ ਕੇ ਸੰਬੋਧਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਆਖਿਆ ਅੱਜ ਤੋਂ ਇਹਦੇ ਵਿੱਚ ਕੋਈ ਮਿਲਾਵਟ ਨਹੀਂ, ਇਹ ਸ਼ੁੱਧ ਹੈ, ਨਿਰਮਲ ਹੈ, ਖਾਲਸ ਹੈ। ਇਹਦੇ ਵਿੱਚ ਕੋਈ ਕਰਮਕਾਂਡ ਦਾ ਹੁਣ ਥਾਂ ਨਹੀਂ, ਕੋਈ ਪਖੰਡਾਂ ਦਾ ਥਾਂ ਨਹੀਂ, ਕੋਈ ਮਿਥਿਹਾਸ ਦੀਆਂ ਕਹਾਣੀਆਂ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਗੁਰੂ ਦੇ ਸਿੱਖ ਦਾ ਜੀਵਨ ਬਿਲਕੁਲ ਸਪਸ਼ਟ ਹੈ, ਬਿਲਕੁਲ ਨਿਰਮਲ ਹੈ। ਪਰ ਕਮਾਲ ਦੀ ਗੱਲ ਹੈ, ਅੱਜ ਅਸੀਂ ਬਾਣਾ ਤੇ ਸਿੱਖੀ ਵਾਲਾ ਪਾ ਲਿਆ ਹੈ, ਖਾਲਸੇ ਵੀ ਅਖਵਾ ਰਹੇ ਹਾਂ, ਪਰ ਗੁਸਤਾਖੀ ਮਾਫ, ਅੰਦਰੋਂ ਖਾਲਸੇ ਵਾਲੇ ਗੁਣ ਖਤਮ ਹੋ ਗਏ ਨੇ। ਅੰਦਰੋਂ ਗੁਰੂ ਦੀ ਮੱਤ ਜਿਹੜੀ ਹੈ ਨਾ, ਉਹ ਖਤਮ ਹੋ ਗਈ ਹੈ। ਹੁਣ ਸਿਰਫ ਤੇ ਸਿਰਫ ਮਨਮੱਤ ਹੈ। ਬਾਹਰੋਂ ਕੀਤੇ ਹੋਏ ਧਾਰਮਿਕ ਕਰਮ ਕਾਂਡਾਂ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਅੰਦਰੋਂ ਮਨ ਖੋਖਲਾ ਹੈ, ਜਿਹਦੇ ਕਰਕੇ ਅਸੀਂ ਇੱਕ ਦੂਸਰੇ ਦੇ ਵੈਰੀ ਬਣੇ ਪਏ ਹਾਂ। ਇਹ ਦੁਸ਼ਮਣ ਦੀ ਬੜੀ ਤਗੜੀ ਛਾਤਰ ਨੀਤੀ ਦੀ ਚਾਲ ਦੇ ਅਸੀਂ ਧਾਰਨੀ ਬਣ ਗਏ ਹਾਂ, ਫਸ ਗਏ ਕਹਿ ਲਓ ਉਸ ਜਾਲ ਵਿੱਚ। ਸਿੱਖ ਨੂੰ ਸਿੱਖ ਹੀ ਮਾਰ ਸਕਦਾ ਹੈ। ਇਸੇ ਕਰਕੇ ਸਿੱਖ ਦੀ ਲੜਾਈ ਪੈਦਾ ਕਰ ਦਿੱਤੀ ਗਈ ਹੈ। ਸਾਨੂੰ ਐਸਾ ਕਨਫਿਊਜ਼ ਕੀਤਾ ਹੈ, ਸਾਨੂੰ ਆਪਸ ਦੇ ਵਿੱਚ ਹੀ ਉਲਝਾ ਦਿੱਤਾ ਹੈ। ਕਿਉਂਕਿ ਜਿੱਥੋਂ ਅਸੀਂ ਸੁਮੱਤ ਲੈਣੀ ਹੈ, ਜਿੱਥੋਂ ਸਮਝ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ, ਉਹ ਤੋਂ ਸਾਨੂੰ ਦੂਰ ਕਰ ਦਿੱਤਾ ਗਿਆ ਹੈ। ਸਮਝ ਲਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਇਸੇ ਕਰਕੇ ਇਹ ਗੱਲ ਕਹੀ ਸੀ ਕਿ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅੱਜ ਤਮਾਮ ਉਹ ਵਿਪਰਨ ਦੀਆਂ ਰੀਤਾਂ ਸਾਡੇ ਵਿੱਚ ਪੈ ਚੁੱਕੀਆਂ ਨੇ। ਕਹਾ ਤੇ ਖਾਲਸੇ ਰਹੇ ਹਾਂ, ਪਰ ਜੀਵਨ ਵਿੱਚੋਂ ਕੋਈ ਖਾਲਸੇ ਵਾਲਾ ਗੁਣ ਨਜ਼ਰ ਨਹੀਂ ਆ ਰਿਹਾ। ਸਤਿਗੁਰ ਦੀ ਬਾਣੀ ਸਾਡੇ ਵਿੱਚ ਉਸ ਖਾਲਸੇਪਨ ਨੂੰ ਇੰਸਟਾਲ ਕਰਦੀ ਹੈ, ਸਾਨੂੰ ਖਾਲਸ ਬਣਾਉਂਦੀ ਹੈ, ਸਾਨੂੰ ਨਿਰਮਲ ਕਰਦੀ ਹੈ, ਸਾਡੇ ਅੰਦਰ ਸਵੱਛਤਾ ਲੈ ਕੇ ਆਉਂਦੀ ਹੈ, ਸਾਡੇ ਮਨ ਨੂੰ ਧੋਂਦੀ ਹੈ। ਪਰ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇ ਅਸੀਂ ਗੁਰਮਤਿ ਦੇ ਧਾਰਨੀ ਬਣਾਂਗੇ, ਜੇ ਸਤਿਗੁਰ ਤੇ ਵਿਸ਼ਵਾਸ ਕਰਾਂਗੇ, ਜੇ ਗੁਰੂ ਜੀ ਤੇ ਭਰੋਸਾ ਕਰਕੇ ਸਤਿਗੁਰ ਦੀ ਮੱਤ ਜੀਵਨ ਵਿੱਚ ਲਵਾਂਗੇ। ਪਰ ਗੁਸਤਾਖੀ ਮਾਫ, ਅੱਜ ਮਨਮਤ ਹੈ, ਗੁਰਮਤ ਨਹੀਂ ਹੈ। ਸੋ ਕੋਸ਼ਿਸ਼ ਇਹ ਹੈ ਗੁਰਬਾਣੀ ਦੀ ਵਿਚਾਰ ਦੇ ਰਾਹੀਂ ਕਿ ਅਸੀਂ ਸਪਸ਼ਟ ਹੋਈਏ, ਸਾਡੀ ਅਕਲ ਕੰਮ ਕਰਨ ਲੱਗ ਪਵੇ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਣ, ਅਕਲੀ ਪੜ ਕੇ ਬੂਝੀਐ, ਅਕਲੀ ਕੀਚੈ ਦਾਣ ਵਾਲੇ ਕਨਸੈਪਟ ਨੂੰ ਸਮਝ ਲਈਏ। ਤੇ ਅਕਲ ਸ਼ਾਰਪ ਤਾਂ ਹੀ ਹੋਵੇਗੀ ਜੇ ਅਸੀਂ ਆਪਣੀ ਮੱਤ ਨੂੰ ਘੜਾਂਗੇ, ਤੇ ਮੱਤ ਘੜੀ ਜਾਵੇਗੀ ਗੁਰੂ ਸ਼ਬਦ ਰੂਪੀ ਟਕਸਾਲ ਦੇ ਵਿੱਚ। ਤੇ ਜਦੋਂ ਗੁਰੂ ਸ਼ਬਦ ਰੂਪੀ ਟਕਸਾਲ ਦੇ ਵਿੱਚ ਇਹ ਮੱਤ ਘੜੀ ਜਾਵੇਗੀ, ਤੇ ਇਸ ਮੱਤ ਦੇ ਵਿੱਚ ਪਰਮਾਤਮਾ ਦੇ ਪਿਆਰ, ਬੇਪਰਵਾਹੀ ਤੇ ਸੰਸਾਰੀ ਲੋਕਾਂ ਦੀ ਮੁਤਾਜੀ ਜੀਵਨ ਵਿੱਚੋਂ ਮੁੱਕ ਜਾਏਗੀ। ਫਿਰ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਸੱਚ ਦੇ ਗੁਣ ਨਜ਼ਰ ਆਉਣਗੇ। ਸੋ ਅੱਜ ਦਾ ਪਾਵਨ ਸ਼ਬਦ ਇਸੇ ਆਲੇ ਦੁਆਲੇ ਘੁੰਮ ਰਿਹਾ ਹੈ। ਰਹਾਉ ਦੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ। ਮੁੰਧੇ ਗੁਣ ਦਾਸੀ ਸੁਖ ਹੋਏ। ਮੁੰਦੇ ਦਾ ਅਰਥ ਹੈ ਹੇ ਭੋਲੀ ਜੀਵ ਇਸਤਰੀ, ਹੇ ਭੋਲੀ ਭਾਲੀ ਪ੍ਰਮਾਤਮਾ ਦੀ ਜੀਵ ਇਸਤਰੀਏ, ਜੇ ਤੂੰ ਆਤਮਿਕ ਗੁਣ ਆਪਣੇ ਜੀਵਨ ਦੇ ਵਿੱਚ ਪਾਉਣਾ ਚਾਹੁੰਦੀ ਆ ਨਾ, ਫਿਰ ਚੇਤਾ ਰੱਖੀ, ਜੇ ਆਤਮਿਕ ਸੁੱਖ ਤਾਂ ਮਿਲ ਸਕਦਾ ਹੈ ਜੇ ਤੂੰ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੇ। ਕਿਉਂਕਿ ਆਤਮਿਕ ਗੁਣਾਂ ਤੋਂ ਬਿਨਾਂ ਆਤਮਿਕ ਸੁੱਖ ਨਹੀਂ ਮਿਲ ਸਕਦਾ, ਤੇ ਪ੍ਰਮਾਤਮਾ ਜੀ ਦੇ ਨਾਲ ਜੁੜਨ ਤੋਂ ਬਿਨਾਂ, ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਤੁਰਨ ਤੋਂ ਬਿਨਾਂ ਇਸ ਜੀਵਨ ਵਿੱਚ ਗੁਣ ਨਹੀਂ ਪੈਦਾ ਹੋ ਸਕਦੇ। ਕਿਉਂਕਿ ਗੁਣਾਂ ਦਾ ਮੁਜੱਸਮਾ ਕੇਵਲ ਅਕਾਲ ਪੁਰਖ ਹੈ, ਉਹਦੇ ਅੰਦਰ ਗੁਣ ਨੇ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਅਕਾਲ ਪੁਰਖ ਦੇ ਲੜ ਲਾਇਆ। ਕਿਉਂਕਿ ਸੰਸਾਰੀ ਪੱਥਰ ਦੀ ਪੂਜਾ ਕਰਨ ਵਾਲੇ ਪੱਥਰ ਦਿਲ ਬਣ ਜਾਣਗੇ, ਇਹ ਗੁਰੂ ਸਾਹਿਬ ਨੂੰ ਪਤਾ ਸੀ। ਜੇ ਰੁੱਖਾਂ ਬਿਰਖਾਂ ਦੀ ਪੂਜਾ ਕਰਨਗੇ, ਇਹਨਾਂ ਦੇ ਅੰਦਰ ਉਹੋ ਜਿਹੇ ਗੁਣ ਪੈਦਾ ਹੋਣਗੇ। ਇਸੇ ਕਰਕੇ ਜਿੰਨਾ ਨੁਕਸਾਨ ਪੱਥਰ ਦੀ ਪੂਜਾ ਕਰਨ ਵਾਲਿਆਂ ਨੇ ਕੀਤਾ ਹੈ ਨਾ, ਉਹਨਾਂ ਪ੍ਰਮਾਤਮਾ ਦੀ ਪੂਜਾ ਕਰਨ ਵਾਲਿਆਂ ਨੇ ਨਹੀਂ ਕੀਤਾ। ਬਾਬਾ ਫਰੀਦ ਜੀ ਅੱਲਾ ਨੂੰ ਮੰਨਣ ਵਾਲੇ ਸਨ, ਬੜਾ ਉਹਨਾਂ ਨੇ ਦੁਨੀਆ ਵਿੱਚ ਸੱਚ ਦਾ ਪ੍ਰਚਾਰ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਪ੍ਰਮਾਤਮਾ ਦੇ ਨਾਲ ਜੋੜਿਆ, ਸਾਹਿਬ ਮੇਰਾ ਇੱਕੋ ਕਹਿ ਕੇ। ਕਿਉਂਕਿ ਸਾਡੇ ਅੰਦਰ ਨਿਰੰਕਾਰ ਦੇ ਗੁਣ ਪੈਦਾ ਹੋਣ, ਨਿਰੰਕਾਰ ਵਰਗਾ ਸੁਭਾਅ ਸਾਡਾ ਬਣੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਵਰਗੀ ਗੱਲ ਕੀਤੀ। ਕਿਉਂਕਿ ਪ੍ਰਮਾਤਮਾ ਪਾਰਸ਼ਲ ਨਹੀਂ ਹੈ, ਪ੍ਰਮਾਤਮਾ ਮੁਹਤਾਜ ਨਹੀਂ ਹੈ, ਪ੍ਰਮਾਤਮਾ ਕਿਸੇ ਉੱਪਰ ਅਤਿਆਚਾਰ ਨਹੀਂ ਕਰਦਾ। ਪ੍ਰਮਾਤਮਾ ਨੂੰ ਮੰਨਣ ਵਾਲਾ ਵੀ ਅਤਿਆਚਾਰੀ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਜੇ ਤੂੰ ਆਤਮਿਕ ਸੁੱਖ, ਚੜ੍ਹਦੀ ਕਲਾ ਦਾ ਜੀਵਨ ਚਾਹੁੰਦਾ ਹੈ, ਤੇ ਆਪਣੇ ਅੰਦਰ ਪ੍ਰਮਾਤਮਾ ਦੇ ਗੁਣ ਪੈਦਾ ਕਰ। ਕਿ ਤੈਨੂੰ ਆਪ ਕਰਨੇ ਪੈਣਗੇ, ਤੈਨੂੰ ਆਪ ਆਪਣੀ ਇਸ ਬੰਜਰ ਧਰਤੀ ਦੇ ਉੱਪਰ ਸੱਚ ਦਾ ਬੀਜ ਬੀਜਣਾ ਪਵੇਗਾ। ਜਦੋਂ ਇਸ ਬੰਜਰ ਧਰਤੀ ਉੱਤੇ ਸੱਚ ਦਾ ਬੀਜ ਬੀਜੇਗਾ, ਇਹ ਜ਼ਮੀਨ ਉਪਜਾਊ ਹੋਵੇਗੀ, ਮਨ ਨਿਰਮਲ ਹੋਵੇਗਾ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਗੁਣ ਤੈਨੂੰ ਆਪਣੇ ਜੀਵਨ ਵਿੱਚ ਧਾਰਨ ਕਰਨੇ ਪੈਣਗੇ। ਕਿਉਂਕਿ ਮੁੰਦੇ ਗੁਣ ਦਾਸੀ ਸੁਖ ਹੋਏ। ਇਹ ਭੋਲੀਏ ਜੀਵ ਇਸਤਰੀਏ, ਪ੍ਰਮਾਤਮਾ ਦੇ ਗੁਣ ਜੀਵਨ ਦੇ ਵਿੱਚ ਪੈਦਾ ਕਰਕੇ ਹੀ ਤੈਨੂੰ ਆਤਮਿਕ ਸੁੱਖ ਮਿਲ ਸਕਦਾ ਹੈ।
ਕਿਉਂਕਿ ਪ੍ਰਮਾਤਮਾ ਦੇ ਗੁਣਾਂ ਦੀ ਜਦੋਂ ਤੂੰ ਦਾਸੀ ਬਣੇਗੀ, ਜਦੋਂ ਤੂੰ ਆਪਣੇ ਵਿੱਚੋਂ ਅਹੰਕਾਰ ਨੂੰ ਮਿਟਾ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਵਸਾਵੇਂਗੀ, ਤੇਰਾ ਰੋਮ ਰੋਮ ਅੰਗ ਅੰਗ ਨਿਰਮਲ ਹੋ ਜਾਵੇਗਾ, ਤੂੰ ਸੁੱਖਾਂ ਦੇ ਨਾਲ ਭਰ ਜਾਵੇਂਗੀ। ਆਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ। ਅਵਗੁਣ ਦਾ ਅਰਥ ਆ ਭੈੜੇ ਗੁਣ। ਸਾਹਿਬ ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਔਗੁਣਾਂ ਨੂੰ ਛੱਡ ਕੇ ਕੀ ਕਰ, ਸਮਾਈਐ, ਪਰਮਾਤਮਾ ਦੇ ਗੁਣਾਂ ਵਿੱਚ ਸਮਾ ਜਾ। ਤੇ ਪਰਮਾਤਮਾ ਦੇ ਪੂਰੇ ਗੁਣ ਕਿੱਥੋਂ ਮਿਲਣਗੇ? ਗੁਰਮਤਿ ਪੂਰਾ ਸੋਏ। ਜਦੋਂ ਤੂੰ ਗੁਰੂ ਦੀ ਮੱਤ ਉੱਤੇ ਚੱਲੇਗਾ, ਕਿਉਂਕਿ ਗੁਰੂ ਦੇ ਮੱਤ ਤੇ ਤੁਰਿਆ ਹੀ ਪੂਰਾ ਪਰਮਾਤਮਾ ਮਿਲਦਾ ਹੈ, ਪੂਰੇ ਪਰਮਾਤਮਾ ਦੀ ਸਮਝ ਆਉਂਦੀ ਹੈ। ਗੱਲ ਬਾਰ-ਬਾਰ ਇਹੀ ਹੈ, ਗੁਰੂ ਸ਼ਬਦ ਨਾਲ ਜੁੜ ਕੇ, ਗੁਰੂ ਸ਼ਬਦ ਦੀ ਆਪ ਵਿਚਾਰ ਕਰਕੇ, ਆਪ ਗੁਰੂ ਸ਼ਬਦ ਨੂੰ ਫੋਲੋ ਕਰਨਾ ਹੈ। ਗੁਰੂ ਸ਼ਬਦ ਦੇ ਵਿੱਚੋਂ ਹੀ ਗੁਰੂ ਜੀ ਨੇ ਪ੍ਰਮਾਤਮਾ ਦੇ ਦੀਦਾਰ ਕਰਾਉਣੇ ਨੇ, ਤੇ ਗੁਰੂ ਸ਼ਬਦ ਤੇ ਚੱਲ ਕੇ ਮਤ ਗੁਰਮਤ ਦੀ ਲੈ ਕੇ ਪੂਰਾ ਨਿਰੰਕਾਰ ਜੀਵਨ ਦੇ ਵਿੱਚ ਮਿਲ ਸਕਦਾ ਹੈ ਤੇ ਜੀਵਨ ਨਿਰਮਲ ਹੋ ਸਕਦਾ ਹੈ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਕੀ ਸਤਿਗੁਰੂ ਜੀ, ਜੇ ਮੈਂ ਪਾਠ ਕਰ ਰਿਹਾ, ਜਪ ਤਪ ਕਰ ਰਿਹਾ, ਕਿ ਇਹਦੇ ਨਾਲ ਸੁੱਖ ਮਿਲ ਸਕਦਾ ਹੈ? ਇਹਦਾ ਜਵਾਬ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਦੇ ਰਹੇ। ਕਹਿੰਦੇ ਜਪ ਤਪ ਸੰਜਮ ਸਾਧੀ ਹੈ, ਤੀਰਥ ਕੀਚੈ ਵਾਸ। ਜਪ ਦਾ ਅਰਥ ਹੈ ਮੰਤਰਾਂ ਦਾ ਪਾਠ ਕਰਨਾ। ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ ਬਾਰ-ਬਾਰ ਮੰਤਰਾਂ ਦਾ ਜਾਪ ਕਰਨਾ। ਜਿਵੇਂ ਅੱਜ ਸਾਨੂੰ ਵੀ ਕਈ ਟੱਕਰ ਕਰਨ ਦਾ ਮਤਲਬ ਹੈ ਉਹਦੀ ਵਿਚਾਰ ਸਮਝ ਆਵੇ, ਉਹਦੇ ਵਿੱਚੋਂ ਗਹਿਰਾਈ ਸਮਝ ਆਵੇ। ਹੁਣ ਜੇ ਮੈਂ ਇੱਕ ਸਕੂਲ ਦੇ ਵਿੱਚ ਬਹਿ ਕੇ ਚੈਪਟਰ ਤੇ ਬਾਰ-ਬਾਰ ਪੜ੍ਹ ਰਿਹਾ, ਪਰ ਉਸ ਚੈਪਟਰ ਦੇ ਵਿੱਚ ਲਿਖਿਆ ਕੀ ਹੈ ਇਹਦੇ ਬਾਰੇ ਮੈਨੂੰ ਕੋਈ ਪਤਾ ਹੀ ਨਹੀਂ, ਉਹਦੀ ਸਮਝ ਹੀ ਮੈਨੂੰ ਨਹੀਂ ਆ ਰਹੀ, ਤੇ ਉਸ ਚੈਪਟਰ ਦਾ ਲਾਹਾ ਕੀ ਹੋਵੇਗਾ? ਕੇਵਲ ਜਪਾਂ ਦਾ ਤਪਾਂ ਦਾ ਪਾਠ ਕਰਨਾ। ਸਾਹਿਬ ਕਹਿੰਦੇ ਕੋਈ ਕੀ ਕਰ ਰਿਹਾ ਹੈ? ਜਪ ਤਪ ਸੰਜਮ ਸਾਧੀ ਹੈ, ਤੀਰਥ ਕੀਚੈ ਵਾਸ। ਜਪ ਦਾ ਅਰਥ ਹੈ ਮੰਤਰਾਂ ਦੇ ਪਾਠ ਕਿਸੇ ਸਿੱਧੀ ਤਰੀਕੀ ਵਾਸਤੇ ਕਰਨੇ। ਤਪ ਕਰਨੇ, ਪੁੱਠਾ ਲਟਕ ਜਾਣਾ, ਧੂਣੀਆਂ ਤਪਾਉਣੀਆਂ, ਸਰੀਰ ਨੂੰ ਕਸ਼ਟ ਦੇਣਾ, ਸਾਧਣਾ। ਸੰਜਮ, ਆਪਣੀ ਕੋਸ਼ਿਸ਼ ਕਰਨੀ ਇਹਨਾਂ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਦੀ। ਕੋਈ ਇਹੋ ਜਿਹੇ ਸਾਧਨ ਵਰਤਣੇ ਜਿਹਦੇ ਨਾਲ ਇੰਦਰੀਆਂ ਕਾਬੂ ਵਿੱਚ ਆ ਜਾਣ। ਤੀਰਥ ਕੀਚੈ ਵਾਸ, ਤੀਰਥਾਂ ਦੇ ਉੱਤੇ ਜਾ ਕੇ ਵਸਣਾ, ਤੀਰਥਾਂ ਦੇ ਉੱਤੇ ਜਾ ਕੇ ਨਹਾਉਣਾ। ਸਮੁੱਚੀ ਪੰਕਤੀ ਦੇ ਅਰਥ ਨੇ, ਜੇ ਕਿਸੇ ਸਿੱਧੀ ਆਦਿਕ ਵਾਸਤੇ ਮੰਤਰਾਂ ਦਾ ਪਾਠ ਕੀਤਾ ਜਾਏ, ਧੂਣੀਆਂ ਆਦਿਕ ਤਪਾ ਲਈਆਂ ਜਾਣ, ਸਰੀਰ ਨੂੰ ਕਸ਼ਟ ਦਿੱਤੇ ਜਾਣ, ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਕੋਈ ਸਾਧਨ ਕੀਤਾ ਜਾਵੇ, ਤੀਰਥਾਂ ਦੇ ਉੱਤੇ ਜਾ ਕੇ ਨਿਵਾਸ ਕੀਤਾ ਜਾਵੇ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਕਿਆ ਤਾਸ ਦਾ ਅਰਥ ਆ ਉਸ ਦਾ ਫਿਰ ਕੀ ਲਾਭ? ਸਭ ਕਹਿੰਦੇ ਜੇ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿਕ ਚੰਗੇ ਕੰਮ ਵੀ ਕੀਤੇ ਜਾਣ, ਇਹ ਵੀ ਸਭ ਕੁਝ ਕਰ ਲਿਆ ਜਾਵੇ, ਦਾਨ ਪੁੰਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਪਰ ਜੇ ਤੂੰ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਨਹੀਂ ਚੱਲਦਾ, ਜੇ ਪ੍ਰਮਾਤਮਾ ਨੂੰ ਤੂੰ ਆਪਣਾ ਜੀਵਨ ਸਮਰਪਣ ਹੀ ਨਹੀਂ ਕੀਤਾ, ਜੇ ਉਹਦੇ ਹੁਕਮ ਨੂੰ ਫੋਲੋ ਹੀ ਨਹੀਂ ਕਰਦਾ, ਫਿਰ ਤੇਰੇ ਇਹ ਉਪਰਾਲੇ, ਇਹ ਤੇਰੇ ਉਦਮ ਕਿਸੇ ਲਾਭ ਦੇ ਨਹੀਂ। ਹੁਣ ਇਹ ਗੱਲ ਸਮਝਣੀ ਹੈ, ਕਿਉਂ ਨਹੀਂ ਕਿਸੇ ਕੰਮ ਦੇ? ਕਿਉਂਕਿ ਇਹ ਚੀਜ਼ਾਂ ਤੇਰੇ ਅੰਦਰ ਸੂਖਸ਼ਮ ਰੂਪ ਦੇ ਵਿੱਚ ਹਉਮੈ ਪੈਦਾ ਕਰਨਗੀਆਂ। ਕਰ ਮਨੁੱਖ ਚੰਗੇ ਕੰਮ ਰਿਹਾ ਹੈ, ਦਾਨ ਪੁੰਨ ਕਰ ਰਿਹਾ ਹੈ, ਲੋਕਾਂ ਦੇ ਕੰਮ ਵੀ ਆ ਰਿਹਾ ਹੈ, ਭਲਾ ਵੀ ਕਰ ਰਿਹਾ ਹੈ, ਪਰ ਨਾਲ ਆਪਣੇ ਆਪ ਨੂੰ ਜਤਲਾ ਰਿਹਾ ਹੈ। ਉਹਦੇ ਅੰਦਰ ਇਹ ਭਾਵਨਾ ਪੈਦਾ ਹੋ ਰਹੀ ਹੈ, ਸ਼ਾਇਦ ਮੈਂ ਹੀ ਰੱਬ ਹਾਂ। ਸਤਿਗੁਰੂ ਕਹਿੰਦੇ ਦਾਨ ਪੁੰਨ ਕਰ, ਚੰਗੇ ਕੰਮ ਕਰ, ਪਰ ਜਤਲਾ ਨਾ ਕਿਤੇ ਵੀ ਆਪਣੇ ਆਪ ਨੂੰ, ਕਿਉਂਕਿ ਤੇਰੀ ਔਕਾਤ ਕੋਈ ਨਹੀਂ ਹੈ। ਇਹ ਜੇ ਤੇਰੇ ਅੰਦਰ ਮਾਦਾ ਚੰਗੇ ਗੁਣ ਕਰਨ ਦਾ, ਚੰਗੇ ਕੰਮ ਕਰਨ ਦਾ, ਦਾਨ ਪੁੰਨ ਕਰਨ ਦਾ ਪੈਦਾ ਹੋਇਆ ਹੈ, ਸੱਚ ਜਾਣੀ ਹੈ ਪ੍ਰਮਾਤਮਾ ਨੇ ਉਦਮ ਦਿੱਤਾ ਹੈ। ਪਰ ਜੇ ਤੂੰ ਪ੍ਰਮਾਤਮਾ ਨੂੰ ਵਿਸਾਰ ਕੇ ਇਹ ਸੋਚਦਾ ਹੈ ਕਿ ਬਾਰੀ ਚੰਗੇ ਕੰਮ ਕੀਤਿਆਂ ਨਿਰੰਕਾਰ ਖੁਸ਼ ਹੋ ਜਾਵੇਗਾ, ਨਹੀਂ, ਇਹ ਤੇਰੇ ਅੰਦਰ ਹਉਮੈ ਪੈਦਾ ਕਰੇਗਾ, ਇਹ ਕੰਮ ਤੇਰੇ ਅੰਦਰ ਲੋਭ ਪੈਦਾ ਕਰੇਗਾ। ਅੱਜ ਬਹੁਤਾਤ ਤੁਸੀਂ, ਪਰ ਅੰਦਰ ਕੀ ਹੈ? ਇੱਕ ਹਉਮੈ ਦੀ ਲਾਲਸਾ ਹੈ।
ਆਪਣੇ ਆਪ ਨੂੰ ਜਤਲਾਉਣ ਦੀ ਲਾਲਸਾ ਹੈ, ਆਪਣੇ ਆਪ ਨੂੰ ਦੱਸਣ ਦੀ ਲਾਲਸਾ ਹੈ। ਸਤਿਗੁਰੂ ਕਹਿੰਦੇ ਨੇ ਇਹ ਗੁਣ ਅਵਗੁਣਾਂ ਵਿੱਚ ਤਬਦੀਲ ਹੋ ਜਾਣਗੇ, ਕਿਉਂਕਿ ਜਦ ਤੱਕ ਇਹਨਾਂ ਗੁਣਾਂ ਦਾ ਸੋਮਾ ਪ੍ਰਮਾਤਮਾ ਜੀਵਨ ਵਿੱਚ ਨਹੀਂ, ਇਹ ਜਿਤਨੇ ਤੂੰ ਗੁਣ ਕਮਾ ਰਿਹਾ ਹੈ ਇਹ ਗੁਣ ਅਵਗੁਣ ਵਿੱਚ ਪੈਦਾ ਹੋ ਜਾਣਗੇ, ਤਬਦੀਲ ਹੋ ਜਾਣਗੇ, ਕਿਉਂਕਿ ਹਉਮੈ ਦਾ ਪ੍ਰਬਲ ਪ੍ਰਭਾਵ ਤੇਰੇ ਜੀਵਨ ਵਿੱਚ ਰਹੇਗਾ। ਤੁਸੀਂ ਗੁਸਤਾਖੀ ਮਾਫ ਜੀਵਨ ਵਿੱਚ ਝਾਤੀ ਮਾਰ ਕੇ ਦੇਖਿਓ, ਕਈ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਜੀ ਅਸੀਂ ਬੜਾ ਦਾਨ ਪੁੰਨ ਕਰਦੇ ਹਾਂ ਜੀ, ਪਾਠ ਪੂਜਾ ਕਰਦੇ ਹਾਂ, ਪਰ ਨਾਲ ਉਹਨਾਂ ਦੇ ਅੰਦਰ ਇੱਕ ਹਉਮੈ ਦੀ ਬਦਬੂ ਵਿੱਚੋਂ ਆਉਂਦੀ ਨਜ਼ਰ ਆਵੇਗੀ, ਕਿਉਂਕਿ ਹਰ ਜਗ੍ਹਾ ਆਪਣੇ ਆਪ ਨੂੰ ਜਤਲਾਇਆ ਜਾ ਰਿਹਾ ਹੈ, ਹਰ ਜਗ੍ਹਾ ਆਪਣੇ ਆਪ ਨੂੰ ਦੱਸਿਆ ਜਾ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਕਬੂਲ ਨਹੀਂ। ਜੇ ਤੂੰ ਕਰ ਰਿਹਾ ਹੈ ਕੁਝ, ਭੁੱਲ ਜਾ, ਕਿਉਂਕਿ ਜੇ ਤੂੰ ਕਿਸੇ ਦਾ ਭਲਾ ਕਰ ਰਿਹਾ ਹੈ, ਇਹ ਪ੍ਰਮਾਤਮਾ ਨੇ ਤੈਨੂੰ ਚੁਣਿਆ ਕਿਸੇ ਦਾ ਭਲਾ ਕਰਨ ਲਈ, ਪਰ ਤੂੰ ਚਿਤਾਰ ਨਾ। ਇਹ ਸਾਧਨ ਤੇਰੇ ਤਾਂ ਨਿਰਮਲ ਨੇ ਜੇ ਤੂੰ ਇਹਨਾਂ ਸਾਧਨਾਂ ਦੇ ਰਾਹੀਂ ਆਪਣੇ ਵਿੱਚੋਂ ਮੈਲ ਮਿਟਾ ਰਿਹਾ ਹੈ। ਪਰ ਜੇ ਇਤਨਾ ਦਾਨ ਪੁੰਨ ਕਰਕੇ, ਤੀਰਥਾਂ ਤੇ ਭ੍ਰਮਣ ਕਰਕੇ, ਜਪ ਤਪ ਕਰਕੇ, ਇਹ ਸਭ ਕੁਝ ਕਰਕੇ ਨਾਲ ਆਪਣੇ ਆਪ ਨੂੰ ਜਤਲਾ ਵੀ ਰਿਹਾ ਹੈ, ਸਭ ਕਹਿੰਦੇ ਫਿਰ ਕਿਸੇ ਕੰਮ ਦੇ ਨਹੀਂ। ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਇਹ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿ ਕੀਤੇ ਹੋਏ ਚੰਗੇ ਕੰਮ ਕਿਸੇ ਕੰਮ ਦੇ ਨਹੀਂ ਜੇ ਤੂੰ ਪ੍ਰਮਾਤਮਾ ਦੀ ਸੇਵਾ ਵਿੱਚ ਨਹੀਂ ਲੱਗਾ, ਜੇ ਉਹਦੇ ਹੁਕਮ ਦੇ ਵਿੱਚ ਨਹੀਂ ਤੁਰਦਾ, ਉਹਦੀ ਰਜ਼ਾ ਨੂੰ ਨਹੀਂ ਐਕਸੈਪਟ ਕਰਦਾ, ਫਿਰ ਇਹ ਕੋਈ ਲਾਭ ਨਹੀਂ। ਜੇਹਾ ਰਾਧੇ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ਼। ਜੇਹਾ ਰਾਧੇ ਦਾ ਅਰਥ ਹੈ ਜਿਹੋ ਜਿਹਾ ਬੀਜੀ ਦਾ ਹੈ, ਲੁਣੈ ਦਾ ਅਰਥ ਆ ਵੱਡੀ ਦਾ ਹੈ। ਸਭ ਕਹਿੰਦੇ ਚੇਤਾ ਰੱਖੀ, ਐ ਮਨੁੱਖ ਤੂੰ ਜਿਹੋ ਜਿਹਾ ਬੀਜ ਬੀਜ ਰਿਹਾ ਹੈ ਨਾ, ਉਹੋ ਜਿਹਾ ਹੀ ਫਲ ਮਿਲੂਗਾ। ਜੇ ਤੂੰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਤਮਿਕ ਗੁਣ ਆਪਣੇ ਜੀਵਨ ਦੇ ਵਿੱਚ ਵਸਾ ਰਿਹਾ ਹੈ, ਚੰਗੇ ਨਿਰਮਲ ਗੁਣਾਂ ਦਾ ਧਾਰਨੀ ਬਣ ਰਿਹਾ ਹੈ, ਤੇ ਤੇਰੀ ਜ਼ਿੰਦਗੀ ਚੰਗੀ ਤੇ ਨਿਰਮਲ ਹੋ ਜਾਵੇਗੀ। ਪਰ ਜੇ ਤੂੰ ਆਤਮਿਕ ਗੁਣ ਜੀਵਨ ਵਿੱਚ ਵਸਾ ਕੇ ਨਾਲ ਮੈਂ ਮੇਰੀ ਵਿੱਚ ਲੱਗਾ ਹੈ, ਨਾਲ ਅਹੰਗ ਤੇਰੇ ਅੰਦਰ ਪੈਦਾ ਹੋ ਰਿਹਾ ਹੈ, ਫਿਰ ਸੱਚ ਜਾਣੀ ਤੂੰ ਇਹਨਾਂ ਗੁਣਾਂ ਨੂੰ ਵੀ ਤਬਾਹ ਕਰ ਦਿੱਤਾ ਹੈ, ਕਿਉਂਕਿ ਹਉਮੈ ਤੇ ਅਹੰਕਾਰ ਐਸੀ ਅੱਗ ਹੈ ਜੋ ਗੁਣਾਂ ਨੂੰ ਤਬਾਹ ਕਰ ਦਿੰਦੀ ਹੈ। ਜਦੋਂ ਅਹੰਕਾਰ ਕਿੱਥੇ ਆਉਣਾ ਹੈ? ਉੱਥੇ ਹੀ ਆਉਣਾ ਹੈ ਜਿੱਥੇ ਮਨੁੱਖ ਦੇ ਅੰਦਰ ਇਹ ਭਾਵਨਾ ਪੈਦਾ ਹੋਵੇ ਕਿ ਮੈਂ ਕੁਝ ਹਾਂ। ਜਦੋਂ ਲੋਕੀ ਸਿਫਤਾਂ ਕਰਨ ਲੱਗਦੇ ਨੇ, ਸੋਭਾ ਕਰਨ ਲੱਗਦੇ ਨੇ, ਮਾਣ ਵਡਿਆਈ ਕਰਨ ਲੱਗਦੇ ਨੇ, ਜਦੋਂ ਲੋਕੀ ਇਹ ਕਹਿਣ ਲੱਗਦੇ ਨੇ ਵਾਹ ਜੀ ਵਾਹ ਤੂੰ ਤੇ ਰੱਬ ਰੂਪ ਹੀ ਆ, ਤੂੰ ਤੇ ਰੱਬ ਹੀ ਆ ਸਾਡਾ, ਤੂੰ ਤੇ ਦਾਤਾ ਹੀ ਆ ਸਾਡਾ, ਤੇ ਇਹ ਵਿਚਾਰਾਂ ਹੌਲੀ ਹੌਲੀ ਮਨੁੱਖ ਦੇ ਅੰਦਰ ਅਹੰਕਾਰ ਦੇ ਬੀਜ ਨੂੰ ਜਨਮ ਦਿੰਦੀਆਂ ਨੇ। ਤੇ ਜਦੋਂ ਹੀ ਹਉਮੈ ਤੇ ਹੰਕਾਰ ਦਾ ਬੀਜ ਜੀਵਨ ਵਿੱਚ ਲੱਗਦਾ ਹੈ, ਬਸ ਇਹ ਗੁਣਾਂ ਦੀ ਫਸਲ ਤਬਾਹ ਹੋ ਜਾਂਦੀ ਹੈ। ਅਵਗੁਣ ਜੀਵਨ ਦੇ ਵਿੱਚ ਘਰ ਕਰਨ ਲੱਗ ਪੈਂਦੇ ਨੇ, ਕਿਉਂਕਿ ਇੱਕ ਅਵਗੁਣ ਨੂੰ ਤੁਸੀਂ ਆਪਣੇ ਘਰ ਵਿੱਚ ਐਂਟਰੈਂਸ ਹੋਣ ਦਾ ਮੌਕਾ ਦਿੱਤਾ, ਐਂਟਰ ਹੋਣ ਦਾ ਮੌਕਾ ਦਿੱਤਾ, ਬਾਕੀ ਨੇ ਆਪੇ ਲੈ ਆਉਣੇ ਨੇ। ਇਸੇ ਕਰਕੇ ਆਤਮਿਕ ਗੁਣਾਂ ਤੋਂ ਬਿਨਾਂ ਇਹ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ। ਵੇਖਣ ਨੂੰ ਮਨੁੱਖ ਬਹੁਤ ਵਧੀਆ ਸੁਭਾਅ ਹੈ, ਚੰਗੇ ਕੰਮ ਕਰ ਰਿਹਾ ਹੈ, ਬਹੁਤ ਵਧੀਆ ਗੱਲ ਹੈ, ਪਰ ਜਦੋਂ ਹਉਮੈ ਵਿੱਚ ਆਈ, ਜਦੋਂ ਅਹੰਕਾਰ ਵਿੱਚ ਆਇਆ, ਜਦੋਂ ਮੇਰੀ ਜੀਵਨ ਵਿੱਚ ਆਈ ਕਿ ਮੈਂ ਕਰਦਾ ਹਾਂ, ਮੇਰੇ ਬਿਨਾਂ ਕੋਈ ਦਾਨੀ ਨਹੀਂ, ਮੇਰੇ ਬਿਨਾਂ ਕੋਈ ਪੁੰਨੀ ਨਹੀਂ, ਮੇਰੇ ਬਿਨਾਂ ਕੋਈ ਚੰਗੀ ਸੋਚ ਨਹੀਂ ਸੋਚਣ ਵਾਲਾ, ਜਿੱਥੇ ਆਹ ਚੀਜ਼ ਆਈ ਉਹਨੇ ਸਾਰੇ ਗੁਣ ਤਬਾਹ ਕਰ ਦਿੱਤੇ। ਸਤਿਗੁਰੂ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ। ਹੁਣ ਅੰਦਰ ਅੰਮ੍ਰਿਤ ਇਕੱਠਾ ਕੀਤਾ ਚੰਗੇ ਕੰਮ ਕਰਕੇ, ਪਰ ਲੁੱਟ ਲਿਆ ਕਿਹਨਾਂ ਨੇ? ਇਹਨਾਂ ਵਿਕਾਰਾਂ ਨੇ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨੁੱਖ ਨੇ ਇਹ ਬੁਝਾਰਤ ਬੁੱਝੀ ਨਹੀਂ, ਸਭ ਕੁਝ ਅੰਦਰ ਤਬਾਹੀ ਮਚ ਗਈ। ਸਭ ਕੁਝ ਅੰਦਰ ਗੁਣ ਜਿਹੜੇ ਨੇ ਉਹ ਅਵਗੁਣਾਂ ਦੇ ਵਿੱਚ ਤਬਦੀਲ ਹੋ ਗਏ। ਸਭ ਕਹਿੰਦੇ ਇਸੇ ਕਰਕੇ ਮੁੰਦੇ ਗੁਣਦਾਸੀ ਸੁਖ ਹੋਏ। ਹੇ ਭੋਲੀ ਭਾਲੀ ਜੀਵ ਇਸਤਰੀਏ, ਜੇ ਆਤਮਿਕ ਸੁਖ ਜੀਵਨ ਵਿੱਚ ਚਾਹੁੰਦੀ ਆ ਤੇ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇ। ਹਰ ਚੀਜ਼ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਕਰ, ਉਹਦੀ ਰਜ਼ਾ ਦੇ ਵਿੱਚ ਚੱਲ, ਉਹਦੇ ਭਾਣੇ ਵਿੱਚ ਚੱਲ। ਆਪਣੇ ਆਪ ਨੂੰ ਜਤਲਾਉਣਾ ਛੱਡ ਕੇ ਉਹਦੇ ਹੁਕਮ ਨੂੰ ਸਵੀਕਾਰ ਕਰ, ਤਾਂ ਤੈਨੂੰ ਆਤਮਿਕ ਸੁੱਖ ਮਿਲਣਗੇ।
ਅਵਗੁਣ ਤਿਆਗ ਸਮਾਈ ਹੈ। ਖਿਮਾ ਕਰਨਾ। ਅਵਗੁਣ ਜਦੋਂ ਜੀਵਨ ਵਿੱਚੋਂ ਤਿਆਗਣਾ ਸ਼ੁਰੂ ਕਰੇਗੀ ਉਦੋਂ ਗੁਣਾਂ ਦੀ ਸਮਾਈ ਹੋਵੇਗੀ। ਪਰ ਇਹ ਅਵਗੁਣ ਤਿਆਗਣ ਦੀ ਜੁਗਤੀ ਕਿੱਥੋਂ ਮਿਲੂਗੀ? ਗੁਰਮਤਿ ਪੂਰਾ ਪਾਈਏ, ਗੁਰੂ ਜੀ ਦੀ ਮੱਤ 'ਤੇ ਚੱਲ ਕੇ, ਗੁਰੂ ਜੀ ਦੀ ਹੁਕਮ ਦੇ ਵਿੱਚ ਚੱਲ ਕੇ ਹੀ ਪੂਰੇ ਨਿਰੰਕਾਰ ਦੇ ਗੁਣਾਂ ਦੀ ਸਮਝ ਤੇ ਸੋਝੀ ਆ ਸਕਦੀ ਹੈ। ਰਹਾਓ। ਵਿਣ ਰਾਸੀ ਵਾਪਾਰੀਆਂ ਤੱਕੇ ਕੁੰਡਾਂ ਚਾਰ। ਰਾਸ਼ੀ ਦਾ ਅਰਥ ਹੈ ਸਰਮਾਇਆ। ਵਿਣ ਬਿਨਾਂ ਕਿਸੇ ਸਰਮਾਏ ਤੋਂ, ਵਪਾਰੀਆਂ ਤੱਕੇ ਕੁੰਡਾਂ ਚਾਰ। ਕਹਿੰਦੇ ਕੋਈ ਵਪਾਰੀ ਹੋਵੇ, ਹੈ ਵਪਾਰੀ ਹੈ, ਪਰ ਉਹਦੇ ਕੋਲ ਸਰਮਾਇਆ ਨਾ ਹੋਵੇ, ਉਹਦੇ ਕੋਲ ਪੈਸਾ ਨਾ ਹੋਵੇ ਤੇ ਪ੍ਰੋਫਿਟ ਵਾਸਤੇ ਉਹ ਸਾਰੇ ਪਾਸੇ ਨਜ਼ਰ ਮਾਰਦਾ ਹੋਵੇ, ਕੋਲ ਸਰਮਾਇਆ ਹੈ ਨਹੀਂ ਤੇ ਚਾਹੁੰਦਾ ਹੈ ਕਿ ਮੈਨੂੰ ਲਾਭ ਹੋ ਜਾਵੇ ਤੇ ਸਾਰੇ ਪਾਸੇ ਤੱਕਦਾ ਫਿਰੇ। ਮੂਲ ਨਾ ਬੂਝੈ ਆਪਣਾ, ਵਸਤ ਰਹੀ ਘਰ ਬਾਰ। ਵਸਤ ਦਾ ਅਰਥ ਹੈ ਅਸਲੀ ਸੌਦਾ, ਅਸਲੀ ਵਸਤੂ। ਰਹੀ ਬੇਕਦਰੀ ਪਾਈ, ਬੇਕਦਰੀ ਕੀਤੀ ਜਾ ਰਹੀ ਹੈ। ਘਰ ਬਾਰ ਅੰਦਰੇ ਹੀ, ਘਰ ਅੰਦਰੇ ਹੀ, ਬਾਹਰ ਅੰਦਰ ਹੀ। ਸਭ ਕਹਿੰਦੇ ਮੂਲ ਨਾ ਬੂਝੈ ਆਪਣਾ, ਵਸਤ ਰਹੀ ਘਰ ਬਾਰ। ਸਭ ਕਹਿੰਦੇ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੂਲ ਪਰਮਾਤਮਾ ਨੂੰ ਨਹੀਂ ਸਮਝਦਾ, ਜਿਸ ਤੇ ਜੀਵਨ ਦਾ ਆਧਾਰ ਮੂਲ ਨਿਰੰਕਾਰ ਪਰਮਾਤਮਾ ਹੈ, ਉਹਦੀ ਸਮਝ ਨਹੀਂ ਜੀਵਨ ਵਿੱਚ ਲਿਆਉਂਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ ਦੇ ਘਰ ਦੇ ਵਿੱਚ ਹੀ ਪਿਆ ਹੈ, ਪਰ ਇਸ ਅਣਜਾਣ ਮਨੁੱਖ ਨੂੰ ਪਤਾ ਕੋਈ ਨਹੀਂ। ਇਹ ਇੱਕ ਕੱਚੇ ਵਪਾਰੀ ਵਾਂਗੂ ਵਿਣ ਰਾਸੀ ਵਪਾਰੀਆਂ ਤੱਕੇ ਕੁੰਡਾਂ ਚਾਰ। ਅੰਦਰ ਕੋਈ ਸ਼ੁਭ ਗੁਣਾ ਰੂਪੀ ਸੱਚ ਦੀ ਰਾਸੀ ਨਹੀਂ ਪਾਈ ਤੇ ਇਹ ਤੋਂ ਬਿਨਾਂ ਸਾਰੇ ਬੰਨੇ ਦੌੜ ਰਿਹਾ ਹੈ, ਦਸੀ ਦਿਸ਼ਾਵਾਂ ਵਿੱਚ ਭਟਕ ਰਿਹਾ ਹੈ। ਮੂਲ ਨਾ ਬੂਝੈ ਆਪਣਾ। ਅੰਦਰ ਬੈਠੇ ਨਿਰੰਕਾਰ ਰੂਪੀ ਮੂਲ ਪ੍ਰਮਾਤਮਾ ਦੀ ਬੁਝਾਰਤ ਦੀ ਸਮਝ ਨਹੀਂ ਆ ਰਹੀ, ਉਹਨੂੰ ਬੁੱਝ ਨਹੀਂ ਪਾ ਰਿਹਾ ਜੋ ਅੰਦਰ ਹੈ। ਵਸਤ ਰਹੀ ਘਰ ਬਾਰ। ਉਹ ਵਸਤੂ, ਉਹ ਸੱਚ ਦਾ ਸੌਦਾ, ਉਹ ਸੱਚ ਦੇ ਗੁਣਾ ਰੂਪੀ ਸਰਮਾਇਆ ਇਹਦੇ ਅੰਦਰ ਹੀ ਵਸਦਾ ਹੈ, ਪਰ ਇਹ ਬਾਹਰ ਭਟਕਦਾ ਫਿਰ ਰਿਹਾ ਹੈ। ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਵਿਣ ਵੱਖਰ ਸੌਦਾ, ਸੱਚ ਰੂਪੀ ਸੌਦੇ ਤੋਂ ਬਿਨਾਂ ਦੁੱਖ ਅਗਲਾ, ਫਿਰ ਜੀਵਨ ਦੇ ਵਿੱਚ ਦੁੱਖ ਹੀ ਆਉਣਗੇ। ਕੂੜ ਮੁੱਠੀ ਕੁੜਿਆਰ, ਕਿਉਂਕਿ ਸਾਰਾ ਜੀਵਨ ਇਹ ਝੂਠ ਰੂਪੀ ਠੱਗ ਨੇ ਲੁੱਟ ਲਿਆ ਹੈ। ਸਭ ਕਹਿੰਦੇ ਨਾਸ਼ਵੰਤ ਪਦਾਰਥਾਂ ਦੀ ਕਾਮਨਾ ਕਰਕੇ ਇਹ ਜਿੰਨਾ ਮਨੁੱਖ ਦਾ ਜੀਵਨ ਹੈ ਉਹ ਉਹਨਾਂ ਪਦਾਰਥਾਂ ਦੀ ਲਾਲਸਾ ਦੇ ਵਿੱਚ ਹੈ ਜੋ ਨਾਸ਼ਵੰਤ ਨੇ। ਸਾਰੀ ਜ਼ਿੰਦਗੀ ਮਨੁੱਖ ਉਹਨਾਂ ਪਦਾਰਥਾਂ ਦੇ ਪਿੱਛੇ ਦੌੜ ਰਿਹਾ ਹੈ। ਅੱਜ ਤੁਸੀਂ ਕਿਸੇ ਨੂੰ ਪੁੱਛ ਕੇ ਦੇਖਿਓ, ਕੋਈ ਗੁਰਦੁਆਰੇ ਅਖੰਡ ਪਾਠ ਕਿਸੇ ਨੇ ਰੱਖਿਆ ਹੋਵੇ, ਭਾਈ ਜੀ ਤੁਸੀਂ ਕਿਉਂ ਰੱਖਿਆ ਹੈ? ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਰੱਖਿਆ, ਪਦਾਰਥ ਮਿਲ ਜਾਣ, ਸੁੱਖ ਮਿਲ ਜਾਣ। ਕਦੀ ਤੁਹਾਨੂੰ ਇਹ ਨਹੀਂ ਕਹੇਗਾ ਕੋਈ ਕਿ ਅਸੀਂ ਗੁਰੂ ਨੂੰ ਇਸ ਕਰਕੇ ਚੇਤੇ ਕਰ ਰਹੇ ਹਾਂ ਕਿ ਸਾਡੇ ਜੀਵਨ ਵਿੱਚ ਗੁਣ ਵਸ ਜਾਣ। ਕੋਈ ਨਹੀਂ ਇਹ ਗੱਲ ਕਹੇਗਾ, ਕਿਉਂਕਿ ਅਸੀਂ ਬਾਣੀ ਨੂੰ ਆਪਣੇ ਜੀਵਨ ਨੂੰ ਸੰਭਾਲਣ ਵਾਸਤੇ ਨਹੀਂ ਵਰਤ ਰਹੇ। ਅਸੀਂ ਬਾਣੀ ਨੂੰ ਕਰਮ ਕਾਂਡਾਂ ਤੇ ਪਖੰਡਾਂ ਵਾਸਤੇ ਵਰਤ ਰਹੇ ਹਾਂ। ਗੁਸਤਾਖੀ ਮਾਫ। ਅਸੀਂ ਬਾਣੀ ਨੂੰ ਉਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਵਰਤ ਰਹੇ ਹਾਂ। ਸਾਡੇ ਮਨ 'ਚ ਇਹ ਭਾਵਨਾ ਹੈ ਕਿ ਸ਼ਾਇਦ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਬਾਣੀ ਹੈ। ਨਹੀਂ, ਬਾਣੀ ਬਣਨ ਵਾਸਤੇ ਬਾਣੀ ਹੈ, ਜ਼ਿੰਦਗੀ ਜਿਉਣ ਵਾਸਤੇ ਬਾਣੀ ਹੈ। ਬਾਣੀ ਉਹ ਜੀਵਨ ਦੀ ਜੁਗਤੀ ਹੈ ਜੋ ਸਾਡੇ ਜੀਵਨ ਨੂੰ ਸੰਭਾਲਦੀ ਹੈ, ਸਾਡੇ ਜੀਵਨ ਨੂੰ ਨਿਰਮਲ ਕਰਦੀ ਹੈ। ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਸਭ ਕਹਿੰਦੇ ਨਾਸ਼ਵੰਤ ਪਦਾਰਥਾਂ ਦੇ ਵਿੱਚ ਇਹ ਜੀਵ ਇਸਤਰੀ ਡੁੱਬੀ ਪਈ ਹੈ। ਮੰਗ ਕੇਵਲ ਇਹਦੇ ਜੀਵਨ ਵਿੱਚ ਨਾਸ਼ਵੰਤ ਪਦਾਰਥਾਂ ਦੀ ਹੈ, ਜਿਹਦੇ ਕਰਕੇ ਇਹਦੇ ਵਿੱਚੋਂ ਜਿਹੜੇ ਸ਼ੁਭ ਗੁਣ ਰੂਪੀ ਜੋ ਇਹਨੇ ਥੋੜੇ ਬਹੁਤੇ ਗੁਣ ਆਪਣੇ ਅੰਦਰ ਇਕੱਠੇ ਕੀਤੇ ਨੇ, ਜਿੱਥੋਂ ਇਹਦੇ ਵਿੱਚ ਆਤਮਿਕ ਤੌਰ ਤੇ ਇਹਨੂੰ ਸੁੱਖ ਮਿਲ ਰਿਹਾ ਹੈ, ਇਹਦੀ ਆਤਮਾ ਮਜ਼ਬੂਤ ਹੋਣ ਵਾਲੇ ਰਸਤੇ ਤੇ ਚੱਲ ਰਹੀ ਸੀ, ਕਹਿੰਦੇ ਉੱਥੇ ਇਹਨੇ ਜਦੋਂ ਝੂਠ ਆਪਣੇ ਜੀਵਨ ਵਿੱਚ ਵਸਾ ਲਿਆ, ਇਸ ਝੂਠ ਰੂਪੀ ਅਵਗੁਣ ਨੇ ਇਹਦੇ ਵਿੱਚੋਂ ਆਤਮਿਕ ਸ਼ਾਂਤੀ ਤੇ ਆਤਮਿਕ ਗੁਣਾਂ ਨੂੰ ਲੁੱਟ ਰਿਹਾ।
ਜਦੋਂ ਆਤਮਿਕ ਗੁਣ ਲੁੱਟੇ ਗਏ, ਨਾਮ ਰੂਪੀ ਸੌਦਾ ਹਿਰਦੇ ਵਿੱਚੋਂ ਖਾਲੀ ਹੋ ਗਿਆ ਤੇ ਇਹਦੇ ਜੀਵਨ ਵਿੱਚ ਆਤਮਿਕ ਤੌਰ ਤੇ ਕਲੇਸ਼, ਦੁੱਖ ਤੇ ਪਰੇਸ਼ਾਨੀਆਂ ਆ ਗਿਰੀਆਂ। ਸਾਰੀ ਗੱਲ ਦੁਬਾਰਾ ਸਮਝ ਲਈਏ। ਵਿਣ ਵੱਖਰ ਦੁੱਖ ਅਗਲਾ। ਸੱਚ ਰੂਪੀ ਸੌਦਾ ਜਦੋਂ ਜੀਵਨ ਵਿੱਚ ਨਾ ਮਿਲਿਆ, ਜਦੋਂ ਜੀਵਨ ਦੇ ਵਿੱਚ ਝੂਠ, ਅਹੰਕਾਰ ਤੇ ਹਉਮੈ ਆ ਵਸੀ, ਆਤਮਿਕ ਸੁੱਖ ਜੀਵਨ ਵਿੱਚੋਂ ਜਾਂਦਾ ਰਿਹਾ, ਹਿਰਦੇ ਘਰ ਦੇ ਵਿੱਚ ਈਰਖਾ, ਨਫ਼ਰਤ ਤੇ ਕਲੇਸ਼ ਨੇ ਥਾਂ ਲੈ ਲਿਆ। ਕੂੜ ਮੁੱਠੀ ਕੁੜਿਆਰ ਤੇ ਇਸ ਝੂਠ ਰੂਪੀ ਅਵਗੁਣਾ ਨੇ ਸਭ ਕੁਝ ਠੱਗ ਲਿਆ ਤੇ ਇਹਦੇ ਜੀਵਨ ਦੇ ਵਿੱਚ ਕੂੜ, ਕੁੜਿਆਰ ਆਦਿਕ ਅਵਗੁਣ ਆ ਵਸੇ ਤੇ ਇਹਦੀ ਜ਼ਿੰਦਗੀ ਬਰਬਾਦੀ ਵਾਲੇ ਰਸਤੇ ਤੇ ਚੱਲਣ ਲੱਗ ਪਈ। ਲਾਹਾ ਅਹਨਿਸ ਨੌਤਣਾ ਪਰਖੇ ਰਤਨ ਵਿਚਾਰ। ਲਾਹਾ ਅਹਨਿਸ, ਲਾਹਾ ਦਾ ਅਰਥ ਹੈ ਪ੍ਰੋਫਿਟ, ਲਾਭ। ਇਹ ਦਾ ਅਰਥ ਹੈ ਦਿਨ, ਨਿਸ ਦਾ ਅਰਥ ਹੈ ਰਾਤ, ਨੌਤਣਾ, ਨੌਤਣਾ ਦਾ ਅਰਥ ਹੈ ਨਿਊ, ਨਵਾਂ, ਵਿਚਾਰ, ਵਿਚਾਰ ਕੇ। ਗੱਲ ਪੂਰੀ ਧਿਆਨ ਨਾਲ ਸਮਝਣਾ। ਸਭ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਬੜੀ ਸੋਚ ਸਮਝ ਵਿਚਾਰ ਕੇ ਪ੍ਰਮਾਤਮਾ ਦੇ ਹੁਕਮ ਤੇ ਉਹਦੀ ਰਜ਼ਾ ਵਿੱਚ ਚੱਲਦਾ ਹੈ ਤੇ ਸ਼ੁਭ ਗੁਣੀ ਰੂਪੀ ਰਤਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਂਦਾ ਹੈ, ਪਰਖ ਕੇ ਗੁਰੂ ਦੀ ਮੱਤ ਤੇ ਚੱਲਦਾ ਹੈ ਤੇ ਅਵਗੁਣਾਂ ਨੂੰ ਜੀਵਨ ਵਿੱਚੋਂ ਕੱਢਦਾ ਹੈ, ਉਹਦਾ ਜੀਵਨ ਦਿਨ ਰਾਤ ਲਾਹਾ ਐਨਿਸ ਨੌਤਣਾ ਪਰਖੇ ਰਤਨ ਵਿਚਾਰ। ਜਿਹੜਾ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਗੁਣਾ ਰੂਪੀ ਰਤਨਾਂ ਨੂੰ ਪਰਖ ਕੇ ਆਪਣੇ ਜੀਵਨ ਵਿੱਚ ਵਸਾਉਂਦਾ ਹੈ, ਉਹਦਾ ਦਿਨ ਰਾਤ ਜੀਵਨ ਉਹਦਾ ਆਤਮਿਕ ਗੁਣਾਂ ਨਾਲ ਭਰ ਜਾਂਦਾ ਹੈ ਤੇ ਉਹਦੀ ਸੋਚ, ਉਹਦੀ ਵਿਚਾਰ ਰੋਜ਼ ਨਵੀਂ ਹੁੰਦੀ ਹੈ। ਉਹਦੇ ਅੰਦਰੋਂ ਮੈਲ, ਉਹਦੇ ਅੰਦਰੋਂ ਬੁਰੇ ਵਿਚਾਰ ਮਿਟ ਜਾਂਦੇ ਹਨ। ਵਸਤ ਲਹਿ ਕਰ ਆਪਣੈ ਚੱਲੈ ਕਾਰਜ ਸਾਰ। ਉਹ ਮਨੁੱਖ ਆਪਣੇ ਹਿਰਦੇ ਵਿੱਚ ਵਸਤ ਲਹਿ ਕਰ ਆਪਣੈ, ਉਹ ਮਨੁੱਖ ਆਪਣੇ ਹਿਰਦੇ ਘਰ ਵਿੱਚ ਆਪਣਾ ਅਸਲ ਸਰਮਾਇਆ ਜੀਵਨ ਦਾ, ਅਸਲ ਵਪਾਰ ਜੀਵਨ ਦਾ, ਅਸਲੀ ਪੂੰਜੀ ਹੈ ਪ੍ਰਮਾਤਮਾ ਦੇ ਵੱਲੋਂ ਮਿਲੇ ਸ਼ੁਭ ਗੁਣ। ਉਹਨਾਂ ਦੀ ਉਹ ਪਹਿਚਾਣ ਕਰ ਲੈਂਦਾ ਹੈ, ਆਪਣੇ ਹਿਰਦੇ ਵਿੱਚ ਵਸਦੇ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਚੱਲੇ ਕਾਰਜਸਾਰ ਤੇ ਆਪਣੇ ਜੀਵਨ ਦੇ ਮਨੋਰਥ ਨੂੰ, ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਇਸ ਸੰਸਾਰ ਦੇ ਵਿੱਚ ਸੁਰਖਰੂ ਹੋ ਜਾਂਦਾ ਹੈ। ਵਣ ਜਾਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਤੇ ਜਿਹੜਾ ਮਨੁੱਖ ਫਿਰ ਸੱਚ ਦਾ ਵਪਾਰੀ ਬਣਦਾ ਹੈ, ਵਣ ਜਾਰਿਆਂ ਸਿਉ ਵਣਜ ਕਰ, ਜਿਹੜਾ ਮਨੁੱਖ ਸੱਚ ਦੇ ਰਸਤੇ ਤੇ ਚੱਲ ਕੇ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਵਸਾ ਕੇ ਗੁਰਮੁਖ ਬ੍ਰਹਮ ਵਿਚਾਰ, ਗੁਰੂ ਜੀ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੇ ਗੁਣਾਂ ਦੀ, ਸੱਚ ਦੀ ਵਿਚਾਰ ਆਪਣੇ ਮਨ ਦੇ ਵਿੱਚ ਟਿਕਾਉਂਦਾ ਹੈ, ਆਪਣੇ ਮਨ ਨੂੰ ਸੱਚ ਦੇ ਰਸਤੇ ਤੇ ਤੋਰਦਾ ਹੈ। ਵਣ ਜਾਰਿਆਂ ਸਿਉ ਵਣਜ ਕਰ, ਉਹ ਗੁਰੂ ਜੀ ਕੀਆਂ ਸਤ ਸੰਗੀ ਰੂਪੀ ਜੀਵ ਇਸਤਰੀਆਂ ਵਿੱਚ ਬੈਠ ਕੇ ਇੱਕ ਚੰਗੇ ਵਣਜ਼ਾਰੇ ਵਾਂਗੂ, ਚੰਗੇ ਵਪਾਰੀ ਵਾਂਗੂ ਸੱਚ ਨੂੰ ਵਣਜਦਾ ਹੈ, ਸੱਚ ਨੂੰ ਇਕੱਠਾ ਕਰਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਸੱਚੀ ਵਿਚਾਰ ਨੂੰ ਵਸਾ ਕੇ ਜੀਵਨ ਨੂੰ ਨਿਰਮਲ ਕਰ ਲੈਂਦਾ ਹੈ। ਉਹਦਾ ਸੋਚ ਮੰਡਲ, ਉਹਦਾ ਵਿਚਾਰ ਦਾ ਦਾਇਰਾ ਸੁੱਚਾ ਤੇ ਨਿਰਮਲ ਹੋ ਜਾਂਦਾ ਹੈ। ਉਹਦੇ ਅੰਦਰੋਂ ਮੈਲੇ ਵਿਚਾਰ ਮਿਟ ਜਾਂਦੇ ਹਨ। ਦੁਬਾਰਾ ਗੱਲ ਸਮਝ ਆ ਜਾਵੇ। ਵਣ ਜਾਰਿਆਂ ਸਿਉ ਵਣਜ ਕਰ, ਗੁਰਮੁਖ ਸਤ ਸੰਗੀ ਰੂਪੀ ਜਿਹੜੀਆਂ ਜੀਵ ਇਸਤਰੀਆਂ ਸਤਿਗੁਰੂ ਜੀ ਦੇ ਕੋਲ ਬਹਿ ਕੇ ਰੋਜ਼ ਗੁਰੂ ਦੀ ਮੱਤ ਲੈਂਦੀਆਂ ਹਨ, ਉਹਨਾਂ ਦੇ ਕੋਲ ਬੈਠ ਕੇ ਇਹ ਸੱਚੇ ਸੁੱਚੇ ਵਪਾਰੀ ਵਾਂਗੂ ਸੱਚ ਦੇ ਸੌਦੇ ਨੂੰ ਆਪਣੇ ਹਿਰਦੇ ਵਿੱਚ ਵਣਜਦਾ ਹੈ, ਵਿਹਾਜਦਾ ਹੈ। ਗੁਰਮੁਖ ਬ੍ਰਹਮ ਵਿਚਾਰ ਤੇ ਗੁਰੂ ਜੀ ਦੇ ਸਨਮੁਖ ਹੋ ਕੇ ਗੁਰੂ ਜੀ ਦੀ ਮੱਤ ਲੈ ਕੇ ਆਪਣੀ ਸੋਚ ਤੇ ਆਪਣੇ ਵਿਚਾਰਕ ਮੰਡਲ ਨੂੰ ਨਿਰਮਲ ਕਰ ਲੈਂਦਾ ਹੈ। ਫਿਰ ਉਹਦੀ ਸੋਚ ਦੇ ਵਿੱਚ ਬ੍ਰਹਮ ਦੀ ਵਿਚਾਰ, ਪ੍ਰਮਾਤਮਾ ਦੇ ਚੰਗੇ ਗੁਣਾਂ ਦੀ ਵਿਚਾਰ ਪੈਦਾ ਹੋ ਜਾਂਦੀ ਹੈ।
ਸੰਤਾਂ ਸੰਗਤ ਪਾਈ ਹੈ ਜੇ ਮੇਲੇ ਮੇਲਣਹਾਰ। ਇਹ ਸਭ ਕੁਝ ਮਿਲਿਆ ਹੈ ਗੁਰੂ ਦੀ ਸੰਗਤ ਨਾਲ। ਸੰਤਾਂ ਦਾ ਅਰਥ ਹੈ ਗੁਰੂ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਜੀ ਦੀ ਸੰਗਤ ਕੀਤਿਆਂ, ਗੁਰਬਾਣੀ ਦੀ ਸੰਗਤ ਕੀਤਿਆਂ ਹੀ ਇਹ ਸੱਚ ਮਿਲਦਾ ਹੈ, ਕਿਉਂਕਿ ਸਤਿਗੁਰੂ ਦੀ ਮੱਤ ਦੇ ਨਾਲ ਮਿਲ ਕੇ ਹੀ ਪ੍ਰਮਾਤਮਾ ਰੂਪੀ ਸ਼ੁਭ ਗੁਣਾ ਰੂਪੀ ਹੁਕਮ ਦੇ ਵਿੱਚ ਜੀਵਨ ਲੀਨ ਹੁੰਦਾ ਹੈ ਤੇ ਜੀਵਨ ਵਿੱਚ ਸੱਚ ਰੂਪੀ ਖਜ਼ਾਨਾ ਗੁਰੂ ਦੀ ਸੰਗਤ ਰਾਹੀਂ ਲੱਭ ਜਾਂਦਾ ਹੈ। ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ। ਸਭ ਕਹਿੰਦੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਮਾਤਮਾ ਦੀ ਜੋਤ ਜਗ ਪੈਂਦੀ ਹੈ, ਫਿਰ ਉਹ ਸਦਾ ਵਾਸਤੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਤੇ ਉਹ ਫਿਰ ਦੁਬਾਰਾ ਵਿਛੜਦਾ ਨਹੀਂ। ਮਿਲਿਆ ਹੋਏ ਨਾ ਵਿਛੜੈ, ਜਿਹੜਾ ਇੱਕ ਵਾਰੀ ਪ੍ਰਮਾਤਮਾ ਦੇ ਨਾਲ ਮਿਲ ਗਿਆ ਫਿਰ ਉਹਦੇ ਜੀਵਨ ਵਿੱਚ ਵਿਛੋੜਾ ਨਹੀਂ ਪੈਂਦਾ। ਜਿਸ ਅੰਤਰ ਜੋਤ ਅਪਾਰ, ਜਿਹਦੇ ਅੰਦਰ ਸੱਚ ਦੀ ਜੋਤ, ਗਿਆਨ ਦੀ ਜੋਤ, ਬੇਅੰਤ ਪ੍ਰਮਾਤਮਾ ਦੇ ਗੁਣਾਂ ਦੀ ਜੋਤ ਜਗ ਪਈ। ਸੱਚੈ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ। ਕਿਉਂਕਿ ਉਹ ਫਿਰ ਸੱਚਾ ਆਸਣ, ਸੱਚੇ ਆਸਣ ਦਾ ਅਰਥ ਹੈ ਅਡੋਲ ਆਸਣ। ਐਸਾ ਜੀਵ ਇਸਤਰੀ, ਐਸਾ ਮਨੁੱਖ ਜੋ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਟਿਕਾਉਂਦਾ ਹੈ, ਫਿਰ ਉਹ ਡੋਲਦਾ ਨਹੀਂ। ਸਾਡਾ ਜੀਵਨ ਜਿੱਥੇ ਜੇ ਮਿਲ ਗਿਆ ਤੇ ਅਸੀਂ ਰੱਬ ਦੀ ਗੱਲ ਕਰਦੇ ਹਾਂ, ਜੇ ਨਹੀਂ ਕੁਝ ਮਿਲਿਆ ਤੇ ਡੋਲ ਜਾਂਦੇ ਹਾਂ। ਐਸਾ ਜੀਵਨ ਫਿਰ ਗੁਰਸਿੱਖ ਦਾ ਨਹੀਂ ਹੁੰਦਾ। ਗੁਰਸਿੱਖ ਅਡੋਲ ਹੋ ਜਾਂਦਾ ਹੈ, ਉਹਦਾ ਜੀਵਨ ਫਿਰ ਬਾਰ-ਬਾਰ ਨਾ ਡਿੱਗਦਾ ਹੈ ਨਾ ਡੋਲਦਾ ਹੈ। ਸੱਚਾ ਆਸਣ ਸੱਚ ਰਹੇ, ਕਿਉਂਕਿ ਉਹ ਅਡੋਲ ਆਤਮਿਕ ਆਸਣ ਉੱਤੇ ਗੁਰੂ ਦਾ ਸਿੱਖ ਬਹਿ ਜਾਂਦਾ ਹੈ, ਫਿਰ ਉਹ ਸਦਾ ਇੱਥੇ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਇੱਕ ਲਿਵਤਾਰ ਆਪਣੇ ਆਪ ਨੂੰ ਜੋੜ ਲੈਂਦਾ ਹੈ। ਫਿਰ ਸੱਚਾ ਪ੍ਰੇਮ ਪਿਆਰ, ਉਹਦੇ ਹਿਰਦੇ ਵਿੱਚ ਸਿਰਫ ਤੇ ਸਿਰਫ ਸੱਚ ਰੂਪੀ ਪ੍ਰਮਾਤਮਾ ਦੇ ਗੁਣਾਂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਹਦੇ ਅੰਦਰੋਂ ਝੂਠ ਕਬਾੜ ਖਤਮ ਹੋ ਜਾਂਦਾ ਹੈ। ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ। ਸਭ ਕਹਿੰਦੇ ਗੁਰੂ ਦੀ ਮੱਤ ਉੱਤੇ ਤੁਰ ਕੇ ਜਿਨ੍ਹਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ ਹੈ, ਆਪਣੇ ਹਿਰਦੇ ਘਰ ਵਿੱਚ ਬੈਠੇ ਪ੍ਰਮਾਤਮਾ ਨੂੰ ਸਮਝ ਲਿਆ ਹੈ, ਉਹਨਾਂ ਦੇ ਹਿਰਦੇ ਰੂਪੀ ਘਰ ਸੋਹਣੇ ਹੋ ਜਾਂਦੇ ਨੇ ਤੇ ਉਹਨਾਂ ਦੇ ਜੀਵਨ ਵਿੱਚ ਪ੍ਰਮਾਤਮਾ ਦਾ ਘਰ, ਪ੍ਰਮਾਤਮਾ ਦਾ ਥਾਂ, ਪ੍ਰਮਾਤਮਾ ਦਾ ਵਾਸ ਹੋ ਜਾਂਦਾ ਹੈ। ਉਹ ਸੁੱਚੇ ਉੱਚੇ ਹਿਰਦੇ ਵਾਲੇ, ਨਿਰਮਲ ਖਿਆਲਾਂ ਵਾਲੇ ਬਣ ਜਾਂਦੇ ਹਨ। ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ, ਕਿਉਂਕਿ ਉਹ ਫਿਰ ਸਦਾ ਇੱਥੇ ਰਹਿਣ ਵਾਲੇ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗ ਜਾਂਦੇ ਹਨ ਤੇ ਉਹਨਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਸੱਚੇ ਗੁਣ ਆ ਵਸਦੇ ਹਨ ਤੇ ਉਹਨਾਂ ਦੇ ਪੱਲੇ ਸਿਰਫ ਸੱਚ ਹੀ ਹੁੰਦਾ ਹੈ। ਫਿਰ ਝੂਠ ਜੀਵਨ ਵਿੱਚੋਂ ਮੁੱਕ ਜਾਂਦਾ ਹੈ। ਅਗਲੀਆਂ ਪੰਕਤੀਆਂ ਨੇ, ਤ੍ਰਿਭਾਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ। ਤ੍ਰਿਭਾਵਨ ਦਾ ਅਰਥ ਆ ਤਿੰਨਾਂ ਭਵਨਾਂ ਵਾਲੇ ਜਗਤ ਵਿੱਚ, ਸਾਰੇ ਸੰਸਾਰ ਦੇ ਵਿੱਚ ਸਾਚੈ ਨਾਏ, ਸਦਾ ਇੱਥੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ, ਉਹਦਾ ਹੁਕਮ, ਉਹਦਾ ਨਿਆਂ। ਸਭ ਕਹਿੰਦੇ ਹੇ ਭੋਲੀ ਭਾਲੀ ਜੀਵ ਇਸਤਰੀਏ, ਜਦੋਂ ਤੂੰ ਸੱਚੇ ਪ੍ਰਭੂ ਦੇ ਹੁਕਮ ਦੇ ਵਿੱਚ ਤੁਰਦੀ ਆ ਨਾ, ਜਦੋਂ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਜੀਵਨ ਵਿੱਚ ਵਸਾਉਣੀ ਆ, ਫਿਰ ਕੀ ਹੁੰਦਾ ਹੈ? ਫਿਰ ਇਹ ਸਾਰਾ ਜਗਤ, ਇਹ ਸਾਰਾ ਸੰਸਾਰ ਪ੍ਰਮਾਤਮਾ ਦਾ ਘਰ ਨਜ਼ਰ ਆਉਣ ਲੱਗ ਪੈਂਦਾ ਹੈ। ਤ੍ਰਿਭਾਵਨ ਸੋ ਪ੍ਰਭ ਜਾਣੀਏ, ਫਿਰ ਤਿੰਨਾਂ ਭਵਨਾਂ ਦੇ ਵਿੱਚ ਵਸਦਾ ਪ੍ਰਮਾਤਮਾ ਜੀਵਨ ਵਿੱਚ ਆ ਵਸਦਾ ਹੈ। ਸਾਚੋ ਸਾਚੇ ਨਾਏ, ਫਿਰ ਹਰ ਜਗ੍ਹਾ ਉਹਦਾ ਹੁਕਮ, ਉਹਦਾ ਨਾਮ ਹੀ ਵਰਤਦਾ ਨਜ਼ਰ ਆਉਂਦਾ ਹੈ। ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ। ਗੁਰੂ ਜੀ ਦੀ ਮੱਤ ਉੱਤੇ ਚੱਲ ਕੇ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਰੂਪੀ ਪਤੀ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝ ਲੈਂਦੀ ਹੈ, ਸੱਚ ਜਾਣਿਓ ਫਿਰ ਉਹ ਜੀਵ ਇਸਤਰੀ ਸੋਹਣੇ ਜੀਵਨ ਵਾਲੀ ਹੋ ਜਾਂਦੀ ਹੈ। ਮਹਿਲੀ ਮਹਿਲ ਬੁਲਾਈਐ ਸੋ ਪਿਰਰਾ ਵੈ ਰੰਗ। ਮਹਿਲੀ ਮਹਿਲ, ਮਹਿਲੀ ਦਾ ਅਰਥ ਹੈ
ਮਹਲੀ ਮਹਲ ਉਹ ਜੀਵ ਇਸਤਰੀ ਮਹਿਲ ਪ੍ਰਭੂ ਦੇ ਘਰ ਦੇ ਵਿੱਚ, ਪ੍ਰਭੂ ਦੇ ਮਹਿਲ ਵਿੱਚ ਬੁਲਾਈ ਹੈ, ਬੁਲਾ ਲਈ ਜਾਂਦੀ ਹੈ। ਸੋ ਪਿਰ ਰਾਵੇ ਰੰਗ, ਜੋ ਨਿਤ ਪ੍ਰਮਾਤਮਾ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਰੰਗੀ ਰਹਿੰਦੀ ਹੈ। ਸਭ ਕਹਿੰਦੇ ਉਹ ਜੀਵ ਇਸਤਰੀ ਪ੍ਰਭੂ ਦੇ ਮਹਿਲ ਦੇ ਵਿੱਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ ਦੇ ਰੰਗ ਵਿੱਚ, ਉਹਦੇ ਪਿਆਰ ਦੇ ਵਿੱਚ ਰੰਗੀ ਰਹਿੰਦੀ ਹੈ। ਫਿਰ ਉਹਦੇ ਜੀਵਨ ਦੇ ਵਿੱਚੋਂ ਮੈਂ ਮੇਰੀ ਤੇ ਅਵਗੁਣ ਮਿਟ ਜਾਂਦੇ ਨੇ। ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਟਿਕਦੀ ਹੈ, ਪ੍ਰਮਾਤਮਾ ਨਾਲ ਇਕਮਿਕ ਹੋ ਜਾਂਦੀ ਹੈ। ਸੱਚ ਸੁਹਾਗਣ ਸਾ ਭਲੀ, ਪਿਰ ਮੋਹੀ ਗੁਣ ਸੰਗ। ਸੱਚ ਚੱਚੇ ਨੂੰ ਸਿਹਾਰੀ ਹੈ, ਭਾਵ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ, ਅਮਰ ਪ੍ਰਭੂ ਵਿੱਚ। ਪਿਰ ਰਾਰੇ ਨੂੰ ਸਿਹਾਰੀ ਹੈ, ਪਿਰ ਦੇ, ਪਿਰ ਨੇ ਪ੍ਰਮਾਤਮਾ ਨੇ। ਸਮੁੱਚੀ ਪੰਕਤੀ ਦੇ ਅਰਥ ਨੇ ਪਤੀ ਪ੍ਰਭੂ ਪ੍ਰਮਾਤਮਾ ਨੇ ਆਤਮਿਕ ਗੁਣਾਂ ਨਾਲ ਫਿਰ ਐਸਾ ਮੋਹ ਲਿਆ ਹੈ, ਐਸਾ ਜੀਵਨ ਦੇ ਵਿੱਚ ਵਸਾ ਲਿਆ ਹੈ ਕਿ ਉਹ ਸਦਾ ਸਥਿਰ ਪ੍ਰਮਾਤਮਾ ਵਿੱਚ ਲੀਨ ਹੋ ਕੇ ਸੁਹਾਗ ਵਾਲੀ ਨੇਕ ਜੀਵ ਇਸਤਰੀ ਬਣ ਜਾਂਦੀ ਹੈ। ਸੱਚ ਸੁਹਾਗਣ ਸਾ ਭਲੀ, ਪਿਰ ਮੋਹੀ ਗੁਣ ਰਸੰਗ। ਕਹਿੰਦੇ ਜਿਸ ਜੀਵ ਇਸਤਰੀ ਨੇ ਆਪਣੇ ਵਿੱਚ ਸੱਚੇ ਨਿਰਮਲ ਪ੍ਰਮਾਤਮਾ ਦੇ ਗੁਣਾਂ ਨੂੰ ਵਸਾ ਕੇ ਪ੍ਰਮਾਤਮਾ ਜੀ ਨੂੰ ਪ੍ਰਸੰਨ ਕਰ ਲਿਆ ਹੈ, ਪਤੀ ਪ੍ਰਮਾਤਮਾ ਨੂੰ ਰਿਝਾ ਲਿਆ ਹੈ, ਫਿਰ ਉਹ ਸੱਚੀ ਮੁੱਚੀ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸੁਹਾਗਣ ਜੀਵ ਇਸਤਰੀ ਬਣ ਜਾਂਦੀ ਹੈ। ਉਹ ਨੇਕ ਖਿਆਲਾਂ ਵਾਲੀ, ਨਿਰਮਲ ਸੁਭਾਅ ਵਾਲੀ ਹੋ ਜਾਂਦੀ ਹੈ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂੰਗਰ ਜਾਉ। ਭੂਲੀ ਭੂਲੀ, ਭੁੱਲ ਭੁੱਲ ਕੇ, ਥਲ ਲੱਲੇ ਨੂੰ ਸਿਹਾਰੀ ਹੋਣ ਕਰਕੇ ਇਹਦੇ ਅਰਥ ਬਣਨਗੇ ਧਰਤੀ ਦੇ ਉੱਤੇ, ਚੜ ਰਾੜੇ ਨੂੰ ਸਿਹਾਰੀ ਹੈ, ਚੜ ਕੇ, ਡੂੰਗਰ, ਡੂੰਗਰ ਦਾ ਅਰਥ ਹੈ ਪਹਾੜ ਦੇ ਉੱਤੇ, ਜਾਓ ਮੈਂ ਜਾਵਾਂ। ਸਭ ਕਹਿੰਦੇ ਆਤਮਿਕ ਗੁਣਾਂ ਦੇ ਵਣਜ ਤੋਂ ਜਿਹੜੀਆਂ ਜੀਵ ਇਸਤਰੀਆਂ ਖੁੰਝ ਜਾਂਦੀਆਂ ਹਨ, ਜਿਹੜੀਆਂ ਜੀਵ ਇਸਤਰੀਆਂ ਅਵਗੁਣਾਂ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਦੇ ਵਿੱਚੋਂ ਆਤਮਿਕ ਗੁਣਾਂ ਨੂੰ ਮੁਕਾ ਲੈਂਦੀਆਂ ਹਨ, ਦਰਅਸਲ ਉਹ ਆਪਣੇ ਜੀਵਨ ਦੇ ਸਹੀ ਰਸਤੇ ਤੋਂ ਭਟਕ ਜਾਂਦੀਆਂ ਹਨ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇੱਕ ਦਿਨ ਅਸੀਂ ਆ ਸਾਰੀ ਦੁਨੀਆ ਛੱਡ ਕੇ ਚਲੇ ਜਾਣਾ ਹੈ। ਪਰ ਐਸੀ ਜੀਵ ਇਸਤਰੀ ਸਾਰੀ ਜ਼ਿੰਦਗੀ ਇਸ ਧਰਤੀ ਦੇ ਉੱਤੇ ਘੁੰਮਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ, ਸਾਰਾ ਦਿਨ ਆਪਣਾ ਜੀਵਨ ਵਿਕਾਰਾਂ ਰੂਪੀ ਸੋਚਾਂ ਦੇ ਵਿੱਚ ਲੀਨ ਰੱਖਦੀ ਹੈ ਤੇ ਨਿਤ ਅਗਿਆਨਤਾ ਦੀਆਂ ਅੰਧੇਰੀਆਂ ਗੁਫਾਵਾਂ ਦੇ ਵਿੱਚ ਆਪਣੇ ਜੀਵਨ ਨੂੰ ਡੁਬੋ ਰੱਖਦੀ ਹੈ, ਕਿਉਂਕਿ ਉਹ ਭਟਕ ਚੁੱਕੀ ਹੈ ਆਪਣੇ ਜੀਵਨ ਦੀ ਸਹੀ ਮੰਜ਼ਿਲ ਤੋਂ। ਬਨ ਮਹਿ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਉ। ਐਸੀ ਭਟਕੀ ਹੋਈ ਜੀਵ ਇਸਤਰੀ ਦੀ ਕਹਾਣੀ ਇਹ ਹੈ ਕਿ ਜਿਵੇਂ ਕੋਈ ਜੰਗਲ ਦੇ ਵਿੱਚ ਭਟਕ ਜਾਵੇ ਆਪਣੇ ਰਸਤੇ ਤੋਂ, ਐਸੀ ਹੀ ਇਹ ਜੀਵ ਇਸਤਰੀ ਹੈ ਜਿਹੜੀ ਮਾਇਆ ਦੇ ਬੰਧਨਾਂ ਵਿੱਚ ਐਸੀ ਵੱਜ ਗਈ ਹੈ, ਨਿਤ ਵਿਕਾਰਾਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ ਤੇ ਇਸ ਸੰਸਾਰ ਰੂਪੀ ਜੰਗਲ ਦੇ ਵਿੱਚ ਭਟਕ ਗਈ ਹੈ। ਜੇ ਇੱਥੇ ਕੋਈ ਰਸਤਾ ਵਿਖਾ ਸਕਦਾ ਹੈ, ਗੁਰੂ ਦੀ ਮੱਤ, ਗੁਰੂ ਦੀ ਸਮਝ, ਗੁਰੂ ਦੀ ਬਾਣੀ। ਬਿਨ ਮਹਿ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਉ। ਸਹੀ ਰਸਤੇ ਤੋਂ ਖੁੰਝ ਕੇ ਸਭ ਕਹਿੰਦੇ ਜੇ ਮੈਂ ਜੰਗਲ ਵਿੱਚ ਭਟਕਦੀ ਫਿਰਾਂ ਤਾਂ ਵੀ ਮੈਨੂੰ ਆਤਮਿਕ ਰਸਤੇ ਦੀ ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾਂ ਇਸ ਰਸਤੇ ਦੀ ਸੂਝ ਕੋਈ ਹੋਰ ਦੱਸ ਹੀ ਨਹੀਂ ਸਕਦਾ। ਨਾਮ ਭੁੱਲੀ ਜੇ ਫਿਰਾਂ, ਫਿਰ ਆਵੋ ਜਾਓ। ਹੇ ਪ੍ਰਮਾਤਮਾ ਜੀ, ਮੈਂ ਤੇਰੇ ਹੁਕਮ ਤੋਂ ਖੁੰਝ ਕੇ ਸਾਰੀ ਜ਼ਿੰਦਗੀ ਇਸ ਵਿਕਾਰਾਂ ਦੇ ਜੰਗਲਾਂ ਦੇ ਵਿੱਚ ਘੁੰਮਦੀ ਰਹੀ ਹਾਂ, ਭਟਕਦੀ ਰਹੀ ਹਾਂ ਤੇ ਨਿਤ ਆਤਮਿਕ ਜੀਵਨ ਮਰਦੀ ਰਹੀ ਹਾਂ। ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾ ਲਓ। ਹੁਣ ਇਸ ਜੰਗਲ ਦੇ ਵਿੱਚੋਂ, ਵਿਕਾਰਾਂ ਰੂਪੀ ਜ਼ਿੰਦਗੀ ਜੰਗਲ ਦੇ ਵਿੱਚੋਂ ਮੈਨੂੰ ਕੱਢ ਕੇ ਆਪਣੇ ਵਿੱਚ ਲੀਨ ਕਰ ਲਓ। ਪੁੱਛੋ ਜਾਏ ਪੰਧਾਊਆ, ਚੱਲੇ ਚੱਕਰ ਹੋਏ। ਪੁੱਛੋ ਜਾਏ, ਜਾ ਕੇ ਪੁੱਛੋ। ਪੰਧਾਊਆ ਦਾ ਅਰਥ ਹੈ ਮੁਸਾਫਿਰ,
ਰਾਹੀ ਪਾਂਧੀ। ਪਾਂਧਾ ਦਾ ਅਰਥ ਆ ਰਸਤਾ। ਊਆ ਜਿਹੜਾ ਪੂਰਾ ਸ਼ਬਦ ਜੁੜ ਕੇ ਬਣਿਆ ਹੈ, ਜਿਹਦਾ ਅਰਥ ਆ ਮੁਸਾਫਰ, ਯਾਤਰੀ, ਰਾਹੀ, ਸਟ੍ਰੇਂਜਰ। ਸਾਹਿਬ ਕਹਿੰਦੇ ਹੇ ਭੋਲੀ ਜੀਵ ਇਸਤਰੀਏ, ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤੇ ਜਾ ਕੇ ਉਹ ਗੁਰੂ ਦੀ ਮੱਤ ਵਿੱਚ ਲੀਨ ਹੋਈਆਂ ਜੀਵ ਇਸਤਰੀਆਂ ਨੂੰ ਪੁੱਛ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਚੱਲੇ ਚਾਕਰ ਹੋਏ, ਜੋ ਨਿਰੰਕਾਰ ਪਰਮਾਤਮਾ ਦੇ ਚਾਕਰ ਬਣ ਕੇ, ਗੋਲੇ ਬਣ ਕੇ ਆਪਣਾ ਜੀਵਨ ਜਿਉ ਰਹੇ ਹਨ, ਜਿਨ੍ਹਾਂ ਨੇ ਜੀਵਨ ਦੇ ਸੱਚੇ ਰਸਤੇ ਨੂੰ ਅਪਣਾ ਲਿਆ ਹੈ ਤੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਕੱਢ ਲਿਆ ਹੈ। ਰਾਜਨ ਜਾਣੇ ਆਪਣਾ, ਦਰ ਕਰ ਠਾਕ ਨਾ ਹੋਏ। ਰਾਜਨ ਦਾ ਅਰਥ ਆ ਰਾਜਾ, ਪਰਮਾਤਮਾ ਰੂਪੀ ਰਾਜਾ। ਦਰ ਰਾਰੀ ਨੂੰ ਸਿਹਾਰੀ ਹੈ ਦਰ ਤੇ, ਘਰ ਰਾਰੇ ਨੂੰ ਫਿਰ ਸਿਹਾਰੀ ਹੈ ਘਰ ਵਿੱਚ। ਠਾਕ ਦਾ ਅਰਥ ਆ ਰੋਕ। ਰਾਜਨ ਜਾਣੇ ਆਪਣਾ। ਸਾਹਿਬ ਕਹਿੰਦੇ ਹੇ ਜੀਵ ਇਸਤਰੀਏ, ਜੇ ਇਸ ਸ੍ਰਿਸ਼ਟੀ ਦੇ ਮਾਲਕ ਪਾਤਸ਼ਾਹ ਨੂੰ ਤੂੰ ਆਪਣਾ ਸਮਝਦੀ ਹੈ, ਉਹਨੂੰ ਆਪਣਾ ਰਾਜਾ ਮੰਨਦੀ ਹੈ, ਜੇ ਉਹਨੂੰ ਸਮਝ ਲਵੇਂ ਕਿ ਉਹੀ ਸਭ ਕੁਝ ਹੈ ਤੇਰਾ, ਦਰਕਰ ਠਾਕ ਨਾ ਹੋਏ, ਫਿਰ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੋ ਸਕਦੀ, ਕੋਈ ਵੀ ਦੁੱਖ ਤੇਰੇ ਜੀਵਨ ਨੂੰ ਰੋਕ ਨਹੀਂ ਸਕਦਾ, ਕਿਉਂਕਿ ਪ੍ਰਭੂ ਪਾਤਸ਼ਾਹ ਦੇ ਦਰ ਦੇ ਉੱਤੇ ਤੂੰ ਫਿਰ ਇਹਨਾਂ ਗੁਣਾਂ ਕਰਕੇ ਅੱਗੇ ਵੱਧ ਸਕਦੀ ਹੈ, ਤੇਰਾ ਜੀਵਨ ਨਿਰਮਲ ਹੋ ਸਕਦਾ ਹੈ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਈ। ਹੇ ਨਾਨਕ, ਫਿਰ ਇਹ ਗੱਲ ਸਮਝ ਆ ਜਾਂਦੀ ਹੈ, ਹਰ ਥਾਂ ਤੇ ਉਹ ਪਰਮਾਤਮਾ ਹੀ ਵਿਆਪਕ ਹੈ, ਹੋਰ ਦੂਸਰਾ ਕੋਈ ਨਹੀਂ, ਕਿਉਂਕਿ ਉਹ ਸੱਚਾ ਨਿਰੰਕਾਰ ਹੀ ਹੈ ਜੋ ਜੀਵਨ ਨੂੰ ਸਹੀ ਰਸਤੇ ਤੇ ਤੋਰਨ ਵਾਲਾ ਹੈ। ਸੋ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਰਸਤੇ ਤੇ ਚੱਲਿਆ ਜਾਵੇ ਤੇ ਇਸ ਜੀਵਨ ਨੂੰ ਸਫਲ ਕੀਤਾ ਜਾਵੇ। ਸੋ ਅੱਜ ਦਾ ਸ਼ਬਦ ਸ਼੍ਰੀ ਰਾਗ ਦਾ 8 ਪਦਿਆਂ ਦਾ ਸ਼ਬਦ ਜਿਹਦੀ ਵਿਚਾਰ ਕੀਤੀ ਹੈ, ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਈ ਜੇ ਤੂੰ ਬਾਹਰੋਂ ਗੁਰਮੁਖ ਬਣਨ ਦਾ ਦਾਵਾ ਕਰਦਾ ਹੈ, ਚੰਗੇ ਕੰਮ ਵੀ ਕਰਦਾ ਹੈ, ਪਰ ਜੇ ਜੀਵਨ ਵਿੱਚ ਅਹੰਕਾਰ ਹੈ, ਲੋਭ ਹੈ, ਲਾਲਚ ਹੈ, ਮੈਂ ਮੇਰੀ ਵਿੱਚ ਪਿਆ ਹੈ, ਤੇ ਸੱਚ ਜਾਣੀ ਤੇਰੀ ਹਾਲਤ ਉਹ ਹੈ ਜਿਵੇਂ ਜੰਗਲ ਦੇ ਵਿੱਚ ਕੋਈ ਭੁੱਲ ਜਾਵੇ, ਭਟਕ ਜਾਵੇ ਆਪਣੇ ਰਸਤੇ ਤੋਂ, ਤੇ ਉਹਨੂੰ ਰਸਤਾ ਨਾ ਮਿਲੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਖੁਆਰੀ ਹੁੰਦੀ ਹੈ। ਇਵੇਂ ਹੀ ਤੂੰ ਕਰ ਤੇ ਚੰਗੇ ਕੰਮ ਰਿਹਾ ਹੈ, ਪਰ ਹਿਰਦੇ ਵਿੱਚ ਪ੍ਰਮਾਤਮਾ ਨੂੰ ਭੁਲਾ ਕੇ ਆਪਣੀ ਹੋਂਦ ਦੇ ਅਹਿਸਾਸ ਵਿੱਚ ਆਪਣੀ ਮੈਂ ਮੇਰੀ ਵਿੱਚ ਜਿਉ ਰਿਹਾ ਹੈ, ਜਿਹਦੇ ਕਰਕੇ ਤੂੰ ਨਿਤ ਆਤਮਿਕ ਤੌਰ ਤੇ ਦੁਖੀ ਹੈ, ਕਲੇਸ਼ ਹੈ, ਜੀਵਨ ਸੁੱਖਾਂ ਤੋਂ ਦੂਰ ਹੋ ਕੇ ਅਗਿਆਨਤਾ ਦੇ ਦੁੱਖ ਦੇ ਵਿੱਚ ਡੁੱਬ ਰਿਹਾ ਹੈ। ਇੱਥੋਂ ਬਾਹਰ ਨਿਕਲਣਾ ਚਾਹੁੰਦਾ ਹੈ, ਜੀਵਨ ਵਿੱਚ ਸੱਚ ਨੂੰ ਵਸਾ, ਹਉਮੈ ਅਹੰਕਾਰ ਰੂਪੀ ਵਿਕਾਰਾਂ ਦੀ ਪਹਿਚਾਣ ਕਰ ਤੇ ਆਪਣੀ ਜ਼ਿੰਦਗੀ ਦੀ ਸਹੀ ਮੰਜ਼ਿਲ, ਸਹੀ ਰਸਤੇ ਨੂੰ ਅਪਣਾ, ਤੇ ਇਹ ਰਸਤਾ ਮਿਲ ਸਕਦਾ ਹੈ ਗੁਰੂ ਦੀ ਮੱਤ ਤੇ ਚੱਲ ਕੇ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ,